ਅੱਜ ਜੋ ਕਲਾਸ ਦੀ ਕੈਂਪ ਦੀ ਸ਼ੁਰੂਆਤ ਹੋਏਗੀ ਉਹ ਹੋਏਗੀ ਕੈਪਟਨ ਯਸ਼ਪਾਲ ਸਿੰਘ ਜੀ ਨਾਲ। ਹਾਂਜੀ, ਕੈਪਟਨ ਯਸ਼ਪਾਲ ਸਿੰਘ ਜੀ ਨੂੰ ਮੈਂ ਇੱਥੇ ਸੱਦਾ ਦੇਣੀ ਆ ਕਿ ਉਹ ਆਣ ਔਰ ਸਾਡੇ ਕੈਂਪ ਦੇ ਸਾਰੇ ਵਿਦਿਆਰਥੀਆਂ ਨਾਲ ਉਹ ਰੂਬਰੂ ਹੋਣ ਤੇ ਜਾਣਨ ਤੇ ਉਹਨਾਂ ਨੂੰ ਜ਼ਰੂਰ ਅੱਛੀ ਸਿੱਖਿਆ ਦੇ ਕੇ ਜਾਣ ਕਿ ਮਾਂ ਬੋਲੀ ਪੰਜਾਬੀ ਵਾਸਤੇ ਕਿੰਨਾ ਕੰਮ ਕਰਨਾ ਹਜੇ ਬਾਕੀ ਹੈ। ਬਹੁਤ ਕੰਮ ਹੋ ਚੁੱਕਿਆ ਹੈ। ਦੇਸ਼ਾਂ ਵਿਦੇਸ਼ਾਂ 'ਚ ਪੰਜਾਬੀ ਆਪਣਾ ਪਰਚਮ ਲਹਿਰਾ ਚੁੱਕੇ ਨੇ, ਲੇਕਿਨ ਅੱਜ ਵੀ ਕਿਧਰੇ ਨਾ ਕਿਧਰੇ ਸਾਡੀ ਮਾਂ ਬੋਲੀ ਪੰਜਾਬੀ ਪਿੱਛੇ ਕਿਉਂ ਹੈ? ਸ਼ਾਇਦ ਇਸ ਕਰਕੇ ਪਿੱਛੇ ਹੈ ਕਿਉਂਕਿ ਅਸੀਂ ਆਪਣੇ ਘਰ ਪੰਜਾਬੀ ਬੋਲਣਾ ਪਸੰਦ ਨਹੀਂ ਕਰਦੇ। ਆਪਣੇ ਬੱਚਿਆਂ ਨਾਲ ਅਸੀਂ ਦੂਜੀ ਭਾਸ਼ਾ 'ਚ ਵਰਤੋਂ ਕਰਦੇ ਹਾਂ। ਹਰ ਭਾਸ਼ਾ ਦਾ ਮਾਣ ਸਤਿਕਾਰ ਕਰਨਾ ਜ਼ਰੂਰੀ ਹੈ, ਕਰਨਾ ਵੀ ਚਾਹੀਦਾ ਹੈ, ਲੇਕਿਨ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਭ ਤੋਂ ਜ਼ਿਆਦਾ ਸਤਿਕਾਰ ਦੇਣਾ ਚਾਹੀਦਾ ਹੈ। ਰੀਜਨਲ ਲੈਂਗੁਏਜਸ ਸਾਰੀਆਂ ਜਿੰਨੀਆਂ ਨੇ ਉਹ ਆਪਣੇ ਆਪਣੀ ਮਾਂ ਬੋਲੀ ਹੈ, ਆਪਣੇ ਆਪਣੇ ਪ੍ਰਦੇਸ਼ਾਂ 'ਚ ਰਹਿਣ ਵਾਲੇ ਲੋਕਾਂ ਦੀ। ਇਸੇ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੀ ਮਾਂ ਬੋਲੀ ਪੰਜਾਬੀ ਹੈ, ਲੇਕਿਨ ਇਹ ਮਾਂ ਬੋਲੀ ਪੰਜਾਬੀ ਕਿਸੇ ਜਾਤ ਪਾਤ ਤੱਕ ਸੀਮਿਤ ਨਹੀਂ ਹੈ, ਇਹ ਕਿਸੇ ਧਰਮ ਤੱਕ ਸੀਮਿਤ ਨਹੀਂ ਹੈ। ਇਹਨੂੰ ਕੋਈ ਵੀ ਸਿੱਖ ਸਕਦਾ ਹੈ, ਇਹਨੂੰ ਕੋਈ ਵੀ ਪੜ੍ਹ ਸਕਦਾ ਹੈ, ਕੋਈ ਵੀ ਲਿਖ ਸਕਦਾ ਹੈ, ਬੋਲ ਸਕਦਾ ਹੈ। ਔਰ ਮੈਂ ਉਮੀਦ ਕਰਦੀ ਹਾਂ ਜਦ ਇਹ ਕੈਂਪ ਸਮਾਪਤੀ ਵੱਲ ਨੂੰ ਜਾਏਗਾ ਤੇ ਆਪ ਜੀ ਜਿੰਨੇ ਵੀ ਵਿਦਿਆਰਥੀ ਇੱਥੇ ਮੌਜੂਦ ਹੋ ਉਹ ਲਿਖ ਵੀ ਸਕੋਗੇ, ਪੜ੍ਹ ਵੀ ਸਕੋਗੇ ਤੇ ਮਾਂ ਬੋਲੀ ਪੰਜਾਬੀ ਬੋਲ ਵੀ ਸਕੋਗੇ। ਤੇ ਲੋ ਜੀ, ਤੁਹਾਡੀ ਮੁਲਾਕਾਤ ਕਰਵਾਨੇ ਆ ਕੈਪਟਨ ਯਸ਼ਪਾਲ ਸਿੰਘ ਜੀ ਨਾਲ। ਕੈਪਟਨ ਸਾਹਿਬ, ਜੇਕਰ ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੋਏ ਤੇ ਤੁਸੀਂ ਪਲੀਜ਼ ਅਨਮਿਊਟ ਹੋ ਕੇ। ਹਾਂਜੀ ਕੈਪਟਨ ਸਾਹਿਬ। ਸਾਰੇ ਕੈਂਪਰਸ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਵਧੀਆ ਉਪਰਾਲਾ ਹੈ ਜੋ ਆਪ ਜੀ ਨੇ ਕੀਤਾ ਹੈ, ਖਾਸ ਤੌਰ ਤੇ ਜਿਹੜੇ ਬੱਚੇ ਪੰਜਾਬ ਤੋਂ ਬਾਹਰ ਰਹਿੰਦੇ ਨੇ ਤੇ ਉੱਥੇ ਪੰਜਾਬੀਆਂ ਦੀ ਵਸੋਂ ਬੜੀ ਘੱਟ ਹੈਗੀ ਹੈ ਤੇ ਉਹਨਾਂ ਨੂੰ ਸਕੂਲਾਂ ਵਿੱਚ ਪੰਜਾਬੀ ਵਿਸ਼ਾ ਲੈਣ ਦਾ ਮੌਕਾ ਨਹੀਂ ਮਿਲਦਾ। ਤੇ ਇਹ ਜ਼ਿੰਮੇਵਾਰੀ ਜਿਹੜੇ ਘਰ ਦੇ ਉਹਨਾਂ ਦੇ ਮਾਪੇ ਨੇ ਜਾਂ ਕੋਈ ਲੋਕਲ ਗੁਰਦੁਆਰਾ ਸਾਹਿਬ ਨੇ ਔਰ ਕਮੇਟੀਆਂ, ਉਹਨਾਂ ਤੇ ਪੈ ਜਾਂਦੀ ਹੈ। ਸੋ ਇਹ ਬਹੁਤ ਵਧੀਆ ਉਪਰਾਲਾ ਹੈ। ਸੋ ਸ਼ੁਰੂ ਕਰਨ ਤੋਂ ਪਹਿਲੇ ਮੈਂ ਇੱਕ ਗੱਲ ਦੱਸਾਂਗਾ ਕਿ ਸਭ ਤੋਂ ਪਹਿਲੇ ਸਾਨੂੰ ਆਪਣਾ ਮਾਈਂਡ ਸੈਟ, ਜਿਹੜੀ ਮਾਨਸਿਕਤਾ ਹੈ, ਉਹਨੂੰ ਠੀਕ ਕਰਨਾ ਪਏਗਾ, ਕਿਉਂਕਿ ਕੋਈ ਵੀ ਸਮੱਸਿਆ ਜਿਹੜੀ ਹੁੰਦੀ ਹੈ ਉਹਨੂੰ ਹੱਲ ਕਰਨ ਲਈ ਪਹਿਲੇ ਉਹਦੇ ਲਈ ਤੁਹਾਨੂੰ ਤਿਆਰ ਹੋਣਾ ਪਏਗਾ। ਮਾਨਸਿਕ ਤੌਰ ਤੇ ਐਕਸੈਪਟ ਕਰਨਾ ਪਏਗਾ, ਇਸ ਚੀਜ਼ ਨੂੰ ਕਬੂਲਣਾ ਪਏਗਾ ਕਿ ਸਮੱਸਿਆ ਹੈਗੀ ਹੈ। ਸੋ ਸਮੱਸਿਆ ਇਸ ਤਰ੍ਹਾਂ ਹੈ ਕਿ ਪਹਿਲੇ ਤੇ ਮੈਂ ਦੱਸਾਂ ਕਿ ਇਹ ਜ਼ਰੂਰੀ ਕਿਉਂ ਹੈ ਕਿ ਬੰਦਾ ਜੇ ਮਾਂ ਬੋਲੀ ਛੱਡ ਵੀ ਦੇਵੇ ਤੇ ਕੀ ਹੈ, ਤੇ ਕੀ ਉਹਦਾ ਕੋਈ ਜੀਣਾ ਦੁਸ਼ਵਾਰ ਹੋ ਜਾਏਗਾ, ਕਿ ਉਹਦਾ ਰੋਟੀ ਪਾਣੀ ਬੰਦ ਹੋ ਜਾਏਗਾ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਬੜੀ ਦੁਨੀਆ ਹੈਗੀ ਹੈ, ਕੋਈ ਬਾਣੀ ਨਹੀਂ ਪੜ੍ਹਦੇ, ਕੋਈ ਉਹਨਾਂ ਨੂੰ ਕਿਸੇ ਨਾਲ ਸਹਾਇਤਾ ਨਾਲ ਲੈਣਾ ਦੇਣਾ ਨਹੀਂ ਹੈਗਾ, ਬੜੀ ਰੋਟੀ ਪਾਣੀ ਬੜਾ ਵਧੀਆ ਚੱਲੀ ਜਾਂਦਾ, ਖਾਂਦੇ ਪੀਂਦੇ ਹੋ ਤੇ ਉਲਟਾ ਮੌਜਾਂ ਮਾਣਦੇ ਨੇ, ਕਹਿੰਦੇ ਸਾਡੇ ਤੇ ਟੈਨਸ਼ਨ ਹੀ ਕੋਈ ਨਹੀਂ ਹੈਗਾ, ਖਾਓ ਪੀਓ ਸੌ ਜਾਓ, ਨਾ ਕੋਈ ਕਿਤਾਬ ਪੜ੍ਹਨੀ ਹੈ, ਨਾ ਕੋਈ ਬਾਣੀ ਪੜ੍ਹਨੀ ਹੈ, ਨਾ ਕੋਈ ਜ਼ਿੰਮੇਵਾਰੀ ਹੈਗੀ ਹੈ, ਤੇ ਬੜੀ ਵਧੀਆ ਜ਼ਿੰਦਗੀ ਗੁਜ਼ਾਰਦੇ ਨੇ। ਸੋ ਤੁਸੀਂ ਪਹਿਲੇ ਆਪਣੇ ਆਪ ਨੂੰ ਇਹ ਪੁੱਛਣਾ ਬੱਚਿਓ ਕਿ ਤੁਸੀਂ ਕੀ ਇਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹੋ ਕਿ ਜਿੱਥੇ ਸਾਡਾ ਰੋਟੀ ਪਾਣੀ ਦਾ ਬੰਦੋਬਸਤ ਹੋਵੇ, ਘਰ ਹੋਵੇ, ਸੁੱਖ ਸਹੂਲਤਾਂ ਹੋਣ, ਤੇ ਬਾਕੀ ਸਾਨੂੰ ਇਹ ਬੋਲੀ ਕੀ ਹੁੰਦੀ ਹੈ ਜੀ, ਇਹ ਧਰਮ ਕੀ ਹੁੰਦਾ ਹੈ ਜੀ, ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜੇ ਤੇ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਤੇ ਫਿਰ ਤੇ ਮੇਰੇ ਲੈਕਚਰ ਦਿੱਤੇ ਦਾ ਕੋਈ ਫਾਇਦਾ ਨਹੀਂ ਹੈਗਾ, ਫਿਰ ਤੇ ਟਾਈਮ ਪਾਸ ਕਰਨ ਵਾਲੀ ਗੱਲ ਹੈਗੀ, ਫਿਰ ਤੇ ਬੜੀ ਦੁਨੀਆ ਇਸ ਤਰ੍ਹਾਂ ਜੀ ਰਹੀ ਹੈਗੀ ਹੈ। ਹਾਂ, ਪਰ ਜੇ ਤੁਸੀਂ ਇਹ ਸੋਚਦੇ ਹੋ ਕਿ ਨਹੀਂ, ਮੈਂ ਮਨੁੱਖ ਹਾਂ, ਮੈਂ ਪੰਜਾਬੀ ਹਾਂ, ਮੇਰੀ ਆਪਣੀ ਕਮਿਊਨਿਟੀ ਬਾਰੇ, ਆਪਣੇ ਪਰਿਵਾਰ ਬਾਰੇ, ਮੇਰੀਆਂ ਅਗਲੀਆਂ ਪੀੜ੍ਹੀਆਂ ਬਾਰੇ, ਸਮਾਜ ਬਾਰੇ ਕੋਈ ਜ਼ਿੰਮੇਵਾਰੀ ਬਣਦੀ ਹੈ, ਜਾਂ ਗੁਰੂ ਸਾਹਿਬ ਨੇ ਜੋ ਕੁਰਬਾਨੀਆਂ ਕੀਤੀਆਂ, ਸਾਡੇ ਪੁਰਖਿਆਂ ਨੇ ਜੋ ਬੰਦ ਕਟਵਾਏ, ਆਰੇ ਨਾਲ ਚੀਰੇ ਗਏ, ਧਰਮ ਨਹੀਂ ਹਾਰਿਆ, ਹਨਾ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤੇ ਉਹਨਾਂ ਦੀ ਜਿਹੜੀ ਕੁਰਬਾਨੀਆਂ ਨੇ, ਤੇ ਜੇ ਸਾਨੂੰ ਲੱਗਦਾ ਕਿ ਉੱਥੇ ਯਾਰ ਉਹਨਾਂ ਨੇ ਇਹ ਕਿਉਂ ਕੀਤਾ, ਕਰਨ ਦੀ ਲੋੜ ਕੀ ਸੀਗੀ, ਫਿਰ ਵੀ ਕੋਈ ਫਾਇਦਾ ਨਹੀਂ। ਪਰ ਜੇ ਸਾਨੂੰ ਲੱਗਦਾ ਹੈ ਕਿ ਹਾਂ ਉਹਨਾਂ ਨੇ ਮਹਾਨ ਕਾਰਜ ਕੀਤੇ, ਸਾਡੇ ਲਈ ਪੂਰਨੇ ਪਾਏ, ਸਾਡੇ ਲਈ ਗਾਈਡਿੰਗ ਪ੍ਰਿੰਸੀਪਲ ਬਣੇ, ਤੇ ਫਿਰ ਅੱਗੇ ਅਸੀਂ ਗੱਲ ਕੁਝ ਕਰ ਸਕਦੇ ਹਾਂ। ਸੋ ਮੈਂ ਮੰਨ ਕੇ ਚੱਲਦਾ ਕਿ ਤੁਸੀਂ ਜਿਹੜੇ ਬੱਚੇ ਹੋ, ਕੈਂਪ 'ਚ ਆਏ ਹੋ, ਇਹਦਾ ਮਤਲਬ ਕਿ ਤੁਹਾਡੇ ਮਨ ਵਿੱਚ ਇਹ ਗੱਲ ਹੈ ਕਿ ਅਸੀਂ ਜ਼ਿੰਦਗੀ ਨੂੰ ਸਿਰਫ ਖਾਣ ਪੀਣ ਤੱਕ, ਗੱਡੀ ਖਰੀਦ ਲੈਣ ਤੱਕ, ਘਰ ਬਣਾ ਲੈਣ ਤੱਕ ਤੇ ਜ਼ਿੰਦਗੀ ਗੁਜ਼ਾਰ ਦੇਣ ਵਿੱਚ ਅਸੀਂ ਵਿਸ਼ਵਾਸ ਨਹੀਂ ਕਰਦੇ, ਇਸ ਤੋਂ ਉੱਪਰ ਵੀ ਕੁਝ ਜ਼ਿੰਦਗੀ ਹੈ।
तो मैं दसना चाहना प्यारे विद्यार्थियों कि साडी जिहड़ी जिंदगी है ਉਹਦਾ जो ਧੁਰਾ है वो है गुरबाणी। सिख की कल्पना गुरबाणी तो बिना नहीं की जा सकती। तो जो मैं गुरबाणी कहना तो गुरबाणी का मतलब है नहीं, गुरबाणी के सत्कार का मतलब नहीं कि भी घर च अखंड पाठ रखा लिया कदी कदी, है ना। तो जोड़े भाई साहब ने पाठ किया उन्होंने कुर्ते पजामे का कपड़ा लिया, दस्तार देती, देसी घे विच अपना लंगर छकाता, पाठियां नूं छकाता, तो उन्होंने अरदास करती जी बड़े वधिया गुरमुख सीगे, है ना। तो वो नहीं है, मैं वो गल नहीं कर रहा, ना ही मैं बड़े उच्चे निशान साहब की गल कर रहा, ना ही मैं गुरुद्वारे के सोने लगन की गल कर रहा, ना ही मैं सड़कों के उत्ते लंगर की गल कर रहा, ना ही मैं गुरुद्वारियां दी आलीशान बिल्डिंगां की गल कर रहा। एक वजह सिंपल जी गल है, एक स्कूल की बिल्डिंग बड़ी आलीशान हो, स्कूल की बिल्डिंग बड़ी जबरदस्त हो, बल्कि मैं कहना जो ब्लैक बोर्ड है ना, वो बॉर्डर के उत्ते ना सोना सोना लगा हो, बॉर्डर के उत्ते जो ब्लैक बोर्ड है वो कुर्सी चंदन की हो, जे तो टीचर ने बहना, वो बेंच बड़े वधिया हो, कमरे में एसी लगा हो, पर टीचर जड़े ने वो चज दे ना होण, टीचर पढ़ाते ही ना होण, अपनी जिम्मेवारी निभाते ही ना होण, ते तुसी समझो, तुसी दसो कि जिहड़ी स्कूल की बिल्डिंग है वो चंदन की लकड़ी है, वो जो गोल्ड प्लेटेड जो ब्लैक बोर्ड है वो बच्चों का की सवारेगा। स्कूल तो वो वधिया हुंदा है जिथे बच्चे नूं कुछ ज्ञान प्राप्त होवे। इसी तरह गुरुद्वारे भी साडे स्कूल ने, ते स्कूल नूं पंजाबी च कहा जाता है चटसाल। मेरे चैनल का नाम भी मैं चटसाल रखा, यूट्यूब का चैनल है मेरा चटसाल। वो मैं एजुकेशनल वीडियोज़ बनाना, साइंस दे, मैथ दे, इंग्लिश दे, गुरबाणी दे, मैथ दी ट्रिक्स दे, मैथ कॉन्सैप्ट्स दे। जिहड़े बच्चे जानना चाहन तुसीं यूट्यूब ते पाओ कैप्टन यशपाल सिंह, ते तुहानूं चैनल मिल जाएगा चटसाल कैप्टन यशपाल सिंह, ते उत्ते प्ले लिस्टां बणियां तुसीं देख सकते हो। सो मैं कहना चाहना जिवें स्कूल विच स्कूल की जिहड़ी स्टैंडर्ड है वो स्कूल की बिल्डिंग तो नहीं पता लगता, वो स्कूल के एजुकेशन लैवल तो पता लगता है। इसी तरह जो गुरुद्वारा है वो वड्याई इस करके नहीं उत्ते सोना लगा या निशान साहब बड़ा वड्डा या लंगर उत्थे बड़े रंग बिरंगे है। उस गुरुद्वारे विच जिहड़ी कमेटी है वो किहड़ा फर्ज निभा रही है, उस सिक्खी का प्रचार कितना हो रहा है, गुरु का ज्ञान समाज विच, उस मुहल्ले विच, उस इलाके विच कितना वंडिया जा रहा है, किन्ने लोगों के परिवार टुटन तो बचाए जा रहे हैं, किन्ने लोगों को नशियां तो हटाया जा रहा है, उस इलाके विच क्राइम कितना घट है, उस इलाके विच लड़ाई झगड़ा कितना घट है। यह पता लगे कि गुरुद्वारा कितना समाजिक बदलाव विच कितना एक्टिव है। सो हुण इधर मैं दसना चाहता सीगा कि कल्ला रुमाले चढ़ा लाउण दे नाल, नगर कीर्तन करन दे नाल साडा गुरबाणी नाल संबंध नहीं बनता। गुरबाणी का संबंध है सुरत ते शब्द। असीं शब्द दे पुजारी हां। असीं कहने गुरु ग्रंथ साहिब जी साडे गुरु हन। जदों कहने गुरु ग्रंथ साहिब जी गुरु हन, ਇਹਦਾ मतलब की है कि मेरी जिंदगी विच जिहड़ा मेरा गाइडिंग प्रिंसीपल है, मेरे मन के उत्ते कब्जा मेरा नहीं हैगा, मेरे विचारां दा कब्जा नहीं हैगा, मेरा मेरा अपना कंट्रोल नहीं, मेरी इच्छावां दा कंट्रोल नहीं हैगा, मेरे मन के उत्ते मेरे गुरु का कंट्रोल है। अर्थात मेरे गुरु जी की कहंदे ने, गुरु ग्रंथ साहिब जी की कहंदे ने, उन्होंने मैं समझना है, उन्होंने मैं विचारना है ते अपने जीवन विच लागू करना है, तां मैं बनांगा गुरमुख, तां मेरे जीवन में नवी दिशा मिलेगी, तां मेरा जीवन बनेगा स्वर्ग, तां मेरे को गुणा दियां खुशबुआं आणगियां ते मेरा आला दुआला भी स्वर्ग बनेगा। हुण बच्चों जिहड़ी गुरु ग्रंथ साहिब दी बाणी है वो किहड़ी लिपि विच लिखी है? गुरमुखी लिपि विच। ते गुरमुखी लिपि का प्रचार किहने कीता? आप गुरु अंगद पातशाह जी ने उसका प्रचार भी किया। आप पढ़ाते सी बच्चों को, जो इधर स्कूल तो होंगे नहीं सीगे, पंडित संस्कृत पढ़ाते सीगे, काजी फारसी पढ़ाते सीगे। सो गुरु अंगद देव जी ने बच्चों को लैके, मुहल्ले के बच्चों को लैके, उस इलाके के बच्चों को लैके गुरमुखी पढ़ाते सी। उन्होंने कायदे तैयार किए ताकि छोटे छोटे बच्चे भी गुरबाणी पढ़न के समर्थ हो सकन। हुण अगली गल, गुरु ग्रंथ साहिब किन्ने महापुरखों की बाणी? 35 महापुरखों की बाणी है। भगत कबीर जी की बाणी है, भगत रविदास जी की है, भगत नामदेव जी है, रामानंद जी ने, परमानंद जी ने, सदना है, सैन है, भगत फरीद जी ने, सुंदर जी ने, सत्तावल वंड, पंजाबी, सिंधी, मुल्तानी, फारसी, अरबी, बड़िया बोलियां का मिश्रण है। पर लिपि स्क्रिप्ट किहड़ी हैगी है? गुरमुखी। ते अज की डेट विच बच्चों, मैं जे तुहानूं पुछां कि एक पंजाबी दी
कहानियां की किताब पढ़नी ज़्यादा आसान है या गुरबाणी पढ़नी ज़्यादा आसान है? तो बड़ा सौखा जवाब है। सारे कहणगे देखो जी जिहड़ी कहानियां की किताब पढ़नी वो ज़्यादा आसान है क्योंकि वो सीधी पद्धरी पंजाबी हैगी है। पर जिहड़ी गुरबाणी है वो काव्य शैली हैगी है, पोएट्री हैगी है, वो बड़े सारे होर शब्द भी हैगे ने। इत्थों दी मैं तुहानूं यह कहना चाहना कि अगर असी एक छोटी जी पंजाबी की कहानियां की किताब नहीं पढ़ सकते या नहीं पढ़ते तो फिर असीं गुरबाणी किवें पढ़ांगे? तो गुरबाणी पढ़नी तो बहुत जरूरी है। गुरबाणी पढ़नी कितनी जरूरी है मैं दस दिना गुरबाणी विचों ही। गुरु साहब कहते ने आयो सुनन पढ़न को बाणी, नाम विसार लगे अन लालच, बिरथा जन्म प्राणी। ਇਹਦਾ मतलब की है कि ਜਿਹੜਾ ਸਾਡਾ ਮਨੁੱਖਾ ਜਨਮ ਮਿਲਿਆ ਹੈ, ਆਇਓ ਇਸ ਧਰਤੀ ਤੇ ਆਏ ਆ ਕਾਦੇ ਲਈ? ਸੁਣਨ ਪੜਨ ਕੋ ਬਾਣੀ, ਬਾਣੀ ਪੜਨ ਔਰ ਸੁਣਨ ਲਈ। ਇਹ ਮੇਨ ਪਰਪਸ ਹੈ ਜ਼ਿੰਦਗੀ ਦਾ। ਇਹ ਜਿਹੜੇ ਕੰਮ ਅਸੀਂ ਨੌਕਰੀ ਕਰਦੇ ਹਾਂ, ਕਿਰਤ ਕਰਦੇ ਹਾਂ, ਨਹਾਨੇ ਧੋਨੇ ਆ, ਪ੍ਰਸ਼ਾਦਾ ਪਾਣੀ ਛਕਦੇ ਹਾਂ, ਜ਼ਿੰਦਗੀ ਗੁਜ਼ਾਰਦੇ ਹਾਂ, ਹੋਰ ਕੰਮ ਕਰਦੇ ਹਾਂ, ਉਹ ਤੇ ਨਾਲ ਨਾਲ ਇਸ ਜ਼ਿੰਦਗੀ ਦੀ ਲੋੜਾਂ ਹੈ। ਪਰ ਜੋ ਜ਼ਿੰਦਗੀ ਦਾ ਮੇਨ ਮਕਸਦ ਹੈ, ਪਰਪਸ ਹੈ, ਉਹ ਇਹ ਗੁਰਬਾਣੀ ਦੇ ਨਾਲ ਸਾਂਝ ਪਾਣੀ। ਸੋ ਆਇਓ ਸੁਣਨ ਪੜਨ ਕੋ ਬਾਣੀ, नाम विसार लगे अन लालच, बिरथा जन्म प्राणी। जे बाणी नहीं पढ़ते ते जन्म केड़ा है वेस्ट चला गया, बिरथा चला गया, वेस्ट, इट इज गॉन वेस्ट। जिवें कुत्ता बिल्ली आए, गधा आया, मझ आई, गां आई, उस तरह असीं आए ते चले गए। एक जगह होर गुरु साहब कहंदे ने, कहंदे प्रभ बाणी शब्द सुभाख्या, भाख्या मैंने भाषा, सुभाख्या मैंने बड़ी सोहनी भाषा। कहंदे प्रभ बाणी परमात्मा दी सिफत सलाह दी बाणी, बाणी शब्द सुभाख्या। गुरु साहब ने बड़ी सोहनी भाषा विच बड़े सोहने शब्द वरत के परमात्मा की सिफत सलाह दी बाणी रची है साडे लई। ते अगे कहंदे ने, कहंदे गावो सुनो पढ़ो नित भाई, नित मैंने रोज, इस बाणी नूं रोज पढ़ो, रोज सुनो, रोज गाओ। ते अगे की गारंटी दिंदे ने, गुर पूरे तू राखिया, पूरा गुरु तेरी रक्षा करेगा जे तू यह काम करेगा। हे प्राणी, जे तू बाणी पढ़ेगा, गाएगा, सुनेगा ते पूरा गुरु तेरी रक्षा करेगा। तू अनाथ नहीं महसूस करेगा, तू कला महसूस नहीं करेगा, तेनू फिर कोई चिंता नहीं रह जाएगी, कोई डर नहीं रह जाएगा। समर्थ गुरु जड़ा है वो तेरे सिर ते होएगा। अगे देखो गुरु साहब फिर कहते हैं, कहते जय तन बाणी विसर जाए, ज्यों पक्का रोगी विल लाए। ठीक है। फिर अगे होर की कहते हैं, वाह वाह बाणी निरंकार है, तिस जेवड़ अवर न कोई। ए बाणी नूं वाह 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 करो, कमाल है, कमाल है, ए निरंकार है, उस अकाल पुरख निरंकार दा अपना रूप है। तिस जेवड़ अवर न कोई, इस तो उच्ची चीज, इस तो वड्डी चीज एक सिख लई दुनिया विच होर कोई नहीं है। और वड्डी गल है बच्चों की यह बाणी हर किसी लिए है, चाहे किसी ने अमृत छकिया है या नहीं छकिया, चाहे कोई हिंदू है, चाहे कोई शूद्र है, चाहे कोई ब्राह्मण है, हर किसी लिए। स्त्री है, पुरख है, छड़ा है, ब्याह है, कबीलदार है, जिदा का भी है, किसान है, कोई अफसर है, कोई प्राइम मिनिस्टर है, कोई मिनिस्टर है, सारे लिए बाणी है कि मन नूं संबोधन करती है। सारे मनुख है, सारे ने मनुखों में मन है, सारे नूं समस्यावां काम क्रोध लोभ मोह हंकार दियां हैगियां ते गुण भी सारे ने सांझे हैगे ने, दया धर्म धीरज संतोख। यह जिहड़ी गुरबाणी है यह गुणां दा सागर है। ਇਹਦੇ ਵਿੱਚ ਚੁੱਭੀ ਲਾ ਕੇ ਮਤਲਬ ਕਿ ਇਹ ਚ ਮਨ ਡੁਬੋ ਕੇ, ਮਨ ਨਾਲ ਪੜ ਕੇ ਵਿਕਾਰ ਸਾਫ਼ ਹੋ ਜਾਂਦੇ ਨੇ, ਮਨ ਦਾ ਇਸ਼ਨਾਨ ਹੁੰਦਾ ਹੈ ਤੇ ਗੁਣ ਜਿਹੜੇ ਨੇ ਸਾਡੇ ਅੰਦਰ ਆ ਜਾਂਦੇ ਨੇ। ਹੁਣ ਬੱਚਿਓ ਮੇਰੇ ਦੇਖਣ ਵਿੱਚ ਇਹ ਆਇਆ, ਮੈਂ ਦੇਖੋ ਮੈਂ ਹੁਣ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ ਤੇ ਮੈਂ ਦੇਖਿਆ ਕਿ ਮੈਨੂੰ ਗੁਰਬਾਣੀ ਸਮਝਣ ਵਿੱਚ ਜ਼ਿਆਦਾ ਤੰਗੀ ਨਹੀਂ ਆਈ। ਇਹਦਾ ਕਾਰਨ ਕੀ ਸੀਗਾ? ਇਹਦਾ ਕਾਰਨ ਐਸੀ ਵੀ ਛੋਟੇ ਹੁੰਦੇ ਮੈਂ ਬੜੀਆਂ ਸਾਰੀਆਂ ਕਹਾਣੀਆਂ ਪੜ੍ਹਦਾ ਸੀ, ਪੰਜਾਬੀ ਦੀਆਂ ਕਵਿਤਾਵਾਂ ਪੜ੍ਹਦਾ ਸੀਗਾ, ਨਾਵਲ ਪੜ੍ਹਦਾ ਸੀਗਾ ਤੇ ਮੈਂ ਹੋਰ ਬੰਦਿਆਂ ਨੂੰ ਵੀ ਦੇਖਿਆ ਜਿਹੜੇ ਬੰਦੇ ਇਸ ਤਰ੍ਹਾਂ ਰੀਡਿੰਗ ਹੈਬਿਟ ਵਿੱਚ ਹੁੰਦੇ ਨੇ, ਮੈਂ ਦੇਖਿਆ ਉਹਨਾਂ ਨੂੰ ਗੁਰਬਾਣੀ ਪੜ੍ਹਨ ਵਿੱਚ ਸਮਝਣ ਵਿੱਚ ਤੰਗੀ ਨਹੀਂ ਆਉਂਦੀ। ਸੋ ਇਧਰੋਂ ਦੀ ਮੈਂ ਇੱਕ ਨਤੀਜਾ ਕੱਢਿਆ, ਇਧਰੋਂ ਦੀ ਮੈਂ ਇੱਕ ਕਨਕਲੂਜਨ ਕੱਢਿਆ ਕਿ ਜਿਹੜੇ ਬੰਦੇ ਸਿੰਪਲ ਪੰਜਾਬੀ ਪੜ੍ਹਦੇ ਨੇ ਬਚਪਨ ਤੋਂ ਹੀ, ਚਾਹੇ ਉਹ ਅਖਬਾਰ ਹੈ, ਅਖਬਾਰਾਂ ਦੇ ਲੇਖ ਨੇ, ਤੁਹਾਡੀ ਨੌਲੇਜ ਹੀ ਵਧੇਗੀ, ਚਾਹੇ ਉਹ ਪੰਜਾਬੀ ਦੀ ਕਹਾਣੀਆਂ ਹੈਗੀਆਂ ਨੇ, ਚਾਹੇ ਪੰਜਾਬੀ ਦਾ ਕੋਈ ਮੈਡੀਕਲ ਦੀ ਕਿਤਾਬ ਹੈਗੀ ਹੈ, ਮਤਲਬ ਕੋਈ ਵੀ ਸਾਹਿਤ, ਮਤਲਬ ਇੱਕ ਜਨਰਲ ਪੰਜਾਬੀ ਲਿਟਰੇਚਰ ਪੜ੍ਹਦੇ ਨੇ
ਉਹ ਫਿਰ ਜਿਹੜੇ ਨਾਲ ਬਾਣੀ ਵੀ ਪੜ੍ਹਦੇ ਨੇ ਤੇ ਉਹਨਾਂ ਨੂੰ ਬਾਣੀ ਪੜ੍ਹਨ ਵਿੱਚ ਬੜੀ ਸੌਖ ਹੁੰਦੀ ਹੈ, ਬੜੀ ਆਸਾਨੀ ਹੁੰਦੀ ਹੈ। ਜਿਹੜੀ ਗੱਲ ਮੈਂ ਸਟਾਰਟਿੰਗ 'ਚ ਕਹੀ ਸੀਗੀ ਕਿ ਅਗਰ ਅਸੀਂ ਪੰਜਾਬੀ ਦੀ ਕਹਾਣੀ ਦੀ ਕਿਤਾਬ ਨਹੀਂ ਪੜ੍ਹ ਸਕਦੇ ਤੇ ਫਿਰ ਅਸੀਂ ਗੁਰਬਾਣੀ ਕਿਵੇਂ ਪੜ੍ਹਾਂਗੇ। ਇਹਦਾ ਮਤਲਬ ਇਹ ਹੋਇਆ ਕਿ ਪਿਆਰੇ ਵਿਦਿਆਰਥੀਓ, ਪਿਆਰੇ ਬੱਚਿਓ, ਤੁਸੀਂ ਇਹ ਨੁਕਤਾ ਹੁਣ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਹੈ। ਉਹ ਨੁਕਤਾ ਕੀ ਹੈ? ਤੁਹਾਡੇ ਵਿੱਚੋਂ ਸਾਰੇ ਕਦੀ ਨਾ ਕਦੀ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਨੇ ਜਾਂ ਜਿਹੜੇ ਪੰਜਾਬ ਦੇ ਵੀ ਹੈਗੇ ਨੇ ਵਾਸੀ, ਤੁਸੀਂ ਕਦੀ ਨਾ ਕਦੀ ਆਉਂਦੇ ਹੀ ਹੋਵੋਗੇ, ਬੰਗਲਾ ਸਾਹਿਬ ਆਉਂਦੇ ਹੋਵੋਗੇ, ਪ੍ਰਦਰਸ਼ਨੀਆਂ ਦੌਰਾਨ ਆਉਂਦੇ ਹੋਵੋਗੇ, ਅਨੰਦਪੁਰ ਸਾਹਿਬ ਜਾਂਦੇ ਹੋਵੋਗੇ, ਤਲਵੰਡੀ ਸਾਬੋ ਜਾਂਦੇ ਹੋਵੋਗੇ, ਕਰਤਾਰਪੁਰ ਸਾਹਿਬ ਜਾਂਦੇ ਹੋਵੋਗੇ, ਦਰਬਾਰ ਸਾਹਿਬ ਜਾਂਦੇ ਹੋਵੋਗੇ, ਕਿਤੇ ਨਾ ਕਿਤੇ ਜਾਂਦੇ ਹੋਵੋਗੇ। ਹੁਣ ਤੁਸੀਂ ਬੱਚਿਓ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ, ਆਪਣੇ ਮੰਮੀ ਡੈਡੀ ਨੂੰ ਵੀ ਕਹਿ ਦਿਓ, ਅੱਗੇ ਤੋਂ ਤੁਸੀਂ ਜਦੋਂ ਵੀ ਜਾਣਾ ਹੈ, ਤੁਸੀਂ ਆਪਣੀ ਵਿੱਤ ਦੇ ਮੁਤਾਬਕ ਜਿੰਨਾ ਤੁਹਾਡਾ ਬਜਟ ਹੈ, 200 ਰੁਪਏ, 500 ਰੁਪਏ, 1000 ਰੁਪਏ, ਤੁਸੀਂ ਰਿਜ਼ਰਵ ਰੱਖਣੇ ਨੇ। ਅਸੀਂ ਦਰਬਾਰ ਸਾਹਿਬ ਜਾਂਦੇ ਬੰਦੇ, ਚਲੋ ਨਾਲ ਮੱਥਾ ਵੀ ਟੇਕ ਆਉਂਦੇ ਨੇ, ਲੰਗਰ ਵੀ ਛਕ ਆਉਂਦੇ ਨੇ, ਫਿਰ ਕਿਤੇ ਜਾ ਕੇ ਛੋਲੇ ਕੁਲਚੇ ਵੀ ਖਾ ਆਉਂਦੇ ਨੇ, ਕੋਈ ਲੱਸੀ ਵੀ ਪੀ ਆਉਂਦੇ ਨੇ, ਕੋਈ ਹੋਰ ਥੋੜਾ ਇੰਜੋਇਮੈਂਟ ਵੀ ਕਰ ਆਉਂਦੇ ਨੇ। ਕੋਈ ਗੱਲ ਨਹੀਂ, ਕੋਈ ਮਾੜੀ ਗੱਲ ਨਹੀਂ, ਪਰ ਸਾਡਾ ਮੇਨ ਨਿਸ਼ਾਨਾ ਤੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਣਾ, ਬੈਠ ਕੇ ਕੀਰਤਨ ਸੁਣਨਾ। ਅਸੀਂ ਟੂਰਿਸਟ ਬਣ ਕੇ ਨਹੀਂ ਜਾਣਾ। ਪਰ ਜਿਹੜੀ ਗੱਲ ਬੱਚੇ ਮੈਂ ਤੁਹਾਨੂੰ ਕਹਿਣ ਜਾ ਰਿਹਾ ਹੁਣ, ਉਹ ਤੁਹਾਡੀ ਜ਼ਿੰਦਗੀ ਤੇ ਸਾਡੀ ਕੌਮ ਦੀ ਜ਼ਿੰਦਗੀ ਬਦਲ ਸਕਦੀ ਹੈ। ਉਹ ਮੈਂ ਤੁਹਾਨੂੰ ਕੀ ਕਿਹਾ ਕਿ ਤੁਸੀਂ 200 ਰੁਪਏ, 500 ਰੁਪਏ, 1000 ਰੁਪਏ, ਜਿੰਨਾ ਤੁਹਾਡਾ ਬਜਟ ਹੈ, ਉਹਨੂੰ ਤੁਸੀਂ ਰਿਜ਼ਰਵ ਰੱਖਣਾ ਹੈ। ਕਾਹਦੇ ਲਈ? ਕਿਤਾਬਾਂ ਖਰੀਦਣ ਲਈ। ਜਿਵੇਂ ਤੁਸੀਂ ਦਰਬਾਰ ਸਾਹਿਬ ਜਾਓ ਜਾਂ ਕਿਸੇ ਵੀ ਇਤਿਹਾਸਕ ਗੁਰਦੁਆਰੇ ਜਾਓ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਸ਼ੋਰੂਮ ਹੁੰਦਾ ਹੈ। ਉੱਥੋਂ ਦੀ ਤੁਸੀਂ ਗੁਰਮਤਿ ਦੀਆਂ ਜਾਂ ਕੋਈ ਨਾ ਕੋਈ ਕਿਤਾਬਾਂ ਖਰੀਦਣੀਆਂ। ਤੇ ਉੱਥੇ ਇੱਕ ਸਿੰਘ ਬ੍ਰਦਰਜ਼ ਦਾ ਸ਼ੋਰੂਮ ਵੀ ਹੈਗਾ। ਉੱਥੇ ਜਾ ਕੇ ਤੁਸੀਂ ਕਹਾਣੀਆਂ, ਕਾਮਿਕਸ, ਹੈਲਥ ਨਾਲ ਜੁੜੀਆਂ, ਕੁਕਰੀ ਨਾਲ ਜੁੜੀਆਂ, ਕੋਈ ਹੋਰ ਕਹਾਣੀਆਂ, ਕੋਈ ਮੋਟੀਵੇਸ਼ਨਲ ਕਿਤਾਬਾਂ ਪੰਜਾਬੀ ਦੀਆਂ, ਇੰਗਲਿਸ਼ ਦੀਆਂ ਨਹੀਂ, ਇੰਗਲਿਸ਼ ਦੀ ਕਿਤਾਬਾਂ ਹਰ ਜਗ੍ਹਾ ਮਿਲ ਹੀ ਜਾਂਦੀਆਂ ਨੇ, ਉਹ ਤੁਸੀਂ ਖਰੀਦਣੀਆਂ ਨੇ। ਇਹ ਤੁਸੀਂ ਹੁਣ 300 ਬੱਚੇ ਜੇ ਗੱਲ ਅਪਣਾ ਲਓਗੇ ਤੇ ਬੱਚਿਓ ਇਨਕਲਾਬ ਆ ਜਾਏਗਾ। ਇਹ ਗੱਲ ਫਿਰ ਤੁਸੀਂ ਅਪਣਾ ਕੇ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਕਜ਼ਨਸ ਨੂੰ, ਆਪਣੇ ਹੋਰ ਮਾਸੀ ਮਾਸੜ ਨੂੰ, ਭੂਆ ਫੁੱਫੜ ਨੂੰ, ਚਾਚਾ ਚਾਚੀ ਨੂੰ, ਤਾਇਆ ਤਾਈ ਨੂੰ, ਇਹ ਸਾਰੀਆਂ ਗੱਲਾਂ ਦੱਸਣੀਆਂ ਤੇ ਉਹਨਾਂ ਨੂੰ ਪ੍ਰੇਰਨਾ ਤੇ ਕਨਵਿੰਸ ਕਰਨਾ ਹੈ ਕਿ ਅੱਗੇ ਤੋਂ ਅਸੀਂ ਇਹ ਕੰਮ ਕਰਨਾ ਹੈ। ਕਿਹੜਾ ਕੰਮ ਕਰਨਾ ਹੈ? ਕਿ ਅਸੀਂ ਪੰਜਾਬੀ ਲਿਟਰੇਚਰ ਨੂੰ ਖਰੀਦਣਾ ਤੇ ਪੜ੍ਹਨਾ ਸ਼ੁਰੂ ਕਰਨਾ ਹੈ। ਆਪਣੇ ਘਰ ਵਿੱਚ ਕੋਈ ਨਾ ਕੋਈ ਪੰਜਾਬੀ ਦੀ ਮੈਗਜ਼ੀਨ, ਕੋਈ ਨਾ ਕੋਈ ਪੰਜਾਬੀ ਦਾ ਅਖਬਾਰ ਲਵਾਉਣਾ ਹੈ। ਚਾਹੇ ਆਨਲਾਈਨ ਪੜ੍ਹ ਲਓ, ਚਾਹੇ ਤੁਸੀਂ ਫਿਜ਼ੀਕਲੀ ਲਵਾ ਲਓ। ਜੇ ਤੁਸੀਂ ਬੱਚਿਓ ਇਹ ਕੰਮ ਕਰੋਗੇ, ਕਿਉਂਕਿ ਮੈਂ ਆਪਣੀ ਜ਼ਿੰਦਗੀ 'ਚ ਆਪਣੇ ਕਈ ਰਿਸ਼ਤੇਦਾਰ ਦੇਖੇ ਨੇ ਜਿਹੜੇ ਕਿ ਕਦੀ ਬਾਣੀ ਨਹੀਂ ਪੜ੍ਹਦੇ ਸੀਗੇ, ਪਰ ਕੀ ਹੋਇਆ, ਉਹਨਾਂ ਦੀ ਜ਼ਿੰਦਗੀ 'ਚ ਇਹੋ ਜਿਹਾ ਮੋੜ ਆਇਆ, ਕਦੀ 50 ਸਾਲ ਦੀ ਉਮਰ 'ਚ ਆ ਕੇ, ਕਿਸੇ ਦੇ 45 ਸਾਲ ਦੀ ਉਮਰ 'ਚ ਆ ਕੇ ਘਰ 'ਚ ਕੋਈ ਦੁੱਖ ਵਾਪਰਿਆ ਜਾਂ ਜਵਾਨੀ ਦਾ ਜਿਲੇ ਰੌਣਕ ਮੇਲਾ ਘਟ ਗਿਆ, ਇਕੱਲੇ ਮਹਿਸੂਸ ਕੀਤੇ ਤੇ ਉਹਨੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਤੇ ਜੀਵਨ ਬਦਲ ਗਿਆ। ਪਰ ਮੈਂ ਇੱਕ ਗੱਲ ਦੇਖਿਓ, ਜਿੰਨੇ ਵੀ ਬੰਦੇ ਸੀ ਮੇਰੀ ਰਿਸ਼ਤੇਦਾਰੀ ਵਿੱਚ ਜਿਨ੍ਹਾਂ ਨੇ ਬਾਣੀ ਪੜ੍ਹਨੀ ਸ਼ੁਰੂ ਕੀਤੀ, ਉਹਨਾਂ ਕੋਲ ਇੱਕ ਚੀਜ਼ ਕਾਮਨ ਸੀਗੀ, ਉਹ ਸਾਰੇ ਪੰਜਾਬੀ ਵਿੱਚ ਪ੍ਰੋਫੀਸ਼ੀਐਂਟ ਸੀਗੇ, ਤਾਂ ਹੀ ਤਾਂ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਇਹ ਥੋੜ੍ਹੀ ਕਿਹਾ ਵੀ ਮੈਂ ਜੀ ਗੁਰਬਾਣੀ ਪੜ੍ਹਨੀ ਚਾਹੁੰਦਾ, ਮੈਨੂੰ ਕੋਈ ਪਹਿਲੇ ਪੰਜਾਬੀ ਸਿਖਾਏ। ਉਹ ਸਾਰੇ ਜਿਹੜੇ ਸੀਗੇ ਪੰਜਾਬੀ ਦੀ ਅਖਬਾਰਾਂ ਪੜ੍ਹਦੇ ਸੀ ਜਾਂ ਪੰਜਾਬੀ ਦੀ ਕੋਈ ਕਿਤਾਬਾਂ ਪੜ੍ਹਦੇ ਸੀ ਜਾਂ ਕੋਈ ਉਹਨਾਂ ਨੂੰ ਪੰਜਾਬੀ ਚੰਗੀ ਤਰ੍ਹਾਂ ਆਉਂਦੀ ਸੀ। ਤੇ ਜਿੱਦਾਂ ਉਹਨਾਂ ਨੇ ਮਨ ਵਿੱਚ ਆਇਆ, ਉਹਨੇ ਸੈਂਚੀਆਂ ਲਈਆਂ ਤੇ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਇਹਦਾ ਮਤਲਬ ਕੀ ਹੋਇਆ ਕਿ ਗੁਰਬਾਣੀ ਦੇ ਨਾਲ ਜੁੜਨ ਦਾ ਸਭ ਤੋਂ ਪਹਿਲਾ ਰਿਕੁਆਇਰਮੈਂਟ ਕੀ ਹੈਗਾ? ਪ੍ਰੋਫੀਸ਼ੀਐਂਸੀ ਇਨ ਪੰਜਾਬੀ ਲੈਂਗੁਏਜ। ਤੇ ਉਹਦਾ ਛੋਟੇ ਬੱਚਿਆਂ ਨੂੰ ਤਰੀਕਾ ਕੀ ਹੈਗਾ? ਉਹਦੇ ਕਾਮਿਕਸ, ਉਹਦੀਆਂ ਕਹਾਣੀਆਂ, ਉਹਦੇ ਚੁਟਕਲੇ, ਇਹ ਜਿਹੜੀ ਚੀਜ਼ ਹੈ ਬੱਚੋ ਘਰ ਵਿੱਚ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਖੁਸ਼ੀ ਹੈ ਮੈਨੂੰ ਇਸ ਗੱਲ ਦੀ, ਇਹ ਐਕਸਪੈਰੀਮੈਂਟ ਮੈਂ ਆਪਣੇ ਘਰ ਵੀ ਅਪਲਾਈ ਕੀਤਾ। ਮੇਰਾ ਛੋਟਾ ਬ੍ਰਦਰ ਦਰਬਾਰ ਸਾਹਿਬ ਜਾ ਰਿਹਾ ਸੀਗਾ, ਮੈਂ ਉਹਨੂੰ ਕਿਹਾ ਤੂੰ 1000 ਰੁਪਏ ਰਾਖਵਾਂ ਲਿਖ ਲੈ ਤੇ ਜਿਹੜੀਆਂ ਆਪਣੀ 3 ਭਤੀਜੀਆਂ ਉਹਨਾਂ ਲਈ ਕਿਤਾਬਾਂ ਖਰੀਦ ਲਈ। ਤੇ ਉਹਨੇ ਕਰੀਬ 1000 ਰੁਪਏ ਤੇ ਨਹੀਂ ਖਰਚਿਆ, ਪਰ ਕਹਿੰਦਾ ਕਿ ਮੈਨੂੰ ਫੋਨ ਕੀਤਾ, ਕਹਿੰਦਾ ਭਾਜੀ ਮੈਂ 800 ਰੁਪਏ ਦੀਆਂ ਕਿਤਾਬਾਂ ਖਰੀਦ ਰਹੀ ਹਾਂ। ਹੁਣ ਉਹ ਕੀ ਹੋਇਆ, ਜਿੱਲੇ ਮੇਰੀ ਛੋਟੀ ਭਤੀਜੀ ਜਿਹੜੀ 8ਵੀਂ ਸੀਗੀ, ਉਹਨੇ ਕਿਤਾਬ, ਮੈਂ ਫਿਰ ਉਹਨੂੰ ਕਿਤਾਬ ਸ਼ੇਖ ਚਿੱਲੀ ਦੀਆਂ ਕਹਾਣੀਆਂ, ਸਿੰਘ ਬ੍ਰਦਰਸ ਤੋਂ ਖਰੀਦੀ ਕਿਤਾਬ ਸ਼ੇਖ ਚਿੱਲੀ ਦੀਆਂ ਕਹਾਣੀਆਂ, ਉਹ ਮੈਂ ਉਹਨੂੰ ਕਿਤਾਬ ਖਰੀਦ ਕੇ ਦਿੱਤੀ ਉਸ ਤੋਂ ਪਹਿਲੇ। ਤੇ ਮੈਂ ਕਿਹਾ ਬੇਟੇ ਤੂੰ ਇਹਨੂੰ ਪੜ੍ਹ, ਜਿਹੜੇ ਸ਼ਬਦ ਨਹੀਂ ਪਤਾ ਲੱਗਦੇ ਤੂੰ ਉਹਦੇ ਅਰਥ ਜਾਣ। ਫਿਰ ਮੈਨੂੰ ਇੱਕ ਐਪ ਵੀ ਦੱਸ ਦਿੱਤੀ, ਸ਼ਬਦਕੋਸ਼। ਮੈਂ ਕਿਹਾ ਤੂੰ ਐਪ ਡਾਊਨਲੋਡ ਕਰ ਲੈ, ਜਿਹੜਾ ਸ਼ਬਦ ਤੈਨੂੰ ਪੰਜਾਬੀ ਦਾ ਨਹੀਂ ਆਉਂਦਾ ਤੂੰ ਅਰਥ ਦੇਖ ਲੈ, ਨਾਲ ਇੰਗਲਿਸ਼ ਵਿੱਚ ਹੈਗਾ। ਉਹਦੀ ਇੰਨੀ ਸਮਾਰਟ ਹੋ ਗਈ, ਉਹਦੀ ਪੰਜਾਬੀ ਦੀ ਵੋਕੈਬਲਰੀ ਵੀ ਬੜੀ ਵੱਧ ਗਈ
ਤੇ ਮੈਂ ਕਿਹਾ ਜਿਹੜਾ ਜਿਹੜਾ ਪੰਜਾਬੀ ਦਾ ਨਵਾਂ ਸ਼ਬਦ ਆਏਗਾ ਤੂੰ ਇਹਦੇ ਪੈਰਲਲ ਨਾਲ ਅੰਗਰੇਜ਼ੀ ਦਾ ਸ਼ਬਦ ਵੀ ਸਿੱਖੀ ਜਾਣਾ। ਸੋ ਇਹ ਕੀ ਕੰਮ ਹੋ ਗਿਆ, she killed two birds with one stone, ਅਰਥਾਤ ਇੱਕ ਤੀਰ ਨਾਲ ਦੋ ਸ਼ਿਕਾਰ ਖੇਡੇ। ਉਹਨੇ ਕਹਾਣੀਆਂ ਨਾਲ ਉਹਦਾ ਮਨੋਰੰਜਨ ਵੀ ਹੋ ਗਿਆ, ਇੱਕ ਪੋਜ਼ਿਟਿਵ ਇੱਕ ਕੰਸਟਰਕਟਿਵ ਇੰਗੇਜਮੈਂਟ ਵੀ ਹੋ ਗਈ, ਬਜਾਏ ਇਸਦੇ ਟੀਵੀ ਦੇਖਣ ਦੇ ਜਾਂ ਯੂਟਿਊਬ ਤੇ ਜਾਂ ਫੋਨ ਤੇ ਟਾਈਮ ਬਿਤਾਉਣ ਦੇ। ਉਹਨੇ ਕਿਤਾਬ ਪੜ੍ਹ ਲਈ, ਕਿਤਾਬ ਪੜ੍ਹਨਾ ਉਹਦੀ ਇਮੇਜਿਨੇਸ਼ਨ ਨੂੰ ਇੱਕ ਟ੍ਰਿਗਰ ਮਿਲਿਆ, ਕਹਾਣੀਆਂ ਬੜੀਆਂ ਰੋਚਕ ਸੀਗੀਆਂ, ਬੜੀ ਖੁਸ਼ ਹੋਈ ਉਹ 'ਚ ਬੜੇ ਸਾਰੇ ਸ਼ਬਦ ਸੀਗੇ ਪੰਜਾਬੀ ਦੇ, ਉਹਨੇ ਨਵੇਂ ਸਿੱਖੇ। ਤੇ ਉਹ ਪੰਜਾਬੀ ਦੇ ਸ਼ਬਦਾਂ ਦਾ ਉਹਨੂੰ ਅੰਗਰੇਜ਼ੀ ਦਾ ਬਦਲ ਵੀ ਨਹੀਂ ਪਤਾ ਸੀਗਾ, ਤੇ ਉਹਨੇ ਉਹਦੇ ਨਾਲ ਅੰਗਰੇਜ਼ੀ ਦੇ ਸ਼ਬਦ ਵੀ ਸਿੱਖੇ। ਸੋ ਜਿਹੜੀ ਵੋਕੈਬਲਰੀ ਰੀ-ਇਨਰਿਚ ਕਰਨੀ, ਤੁਹਾਨੂੰ ਪਤਾ ਹੈ IQ ਲੈਵਲ ਵਧਾਉਣ ਦਾ ਸਭ ਤੋਂ ਸੌਖਾ ਤਰੀਕਾ ਹੈਗਾ। ਜਿਸ ਬੰਦੇ ਕੋਲ ਜਿੰਨੀ ਜ਼ਿਆਦਾ ਵੋਕੈਬਲਰੀ ਹੁੰਦੀ ਹੈ ਉਹਦਾ IQ ਲੈਵਲ ਉਨਾ ਹੀ ਹੁੰਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੋਕੈਬਲਰੀ ਦਾ ਭੰਡਾਰ ਹੈਗਾ, ਬੜੇ ਸਾਰੇ ਸ਼ਬਦ ਨੇ। ਕੁਝ ਸਿਹਾਰੀਆਂ ਦਾ ਫਰਕ ਹੈਗਾ, ਔਂਕੜ ਦਾ ਫਰਕ ਹੈਗਾ, ਪਰ ਜਿੱਦਾਂ ਮੈਂ ਪਹਿਲੇ ਕਿਹਾ, ਜਦੋਂ ਤੱਕ ਅਸੀਂ ਆਪਣੇ ਆਪ ਨੂੰ ਇਨੀਸ਼ੀਏਟ ਨਹੀਂ ਕਰਾਂਗੇ ਨਾਰਮਲ ਬਾਲ ਸਾਹਿਤ, ਚਿਲਡਰਨਸ ਲਿਟਰੇਚਰ ਇਨ ਮਦਰ ਟੰਗ, ਫਿਰ ਜਿਲੇ ਤੁਸੀਂ ਵੱਡੇ ਹੋ ਜਾਓ, ਜਿਲੇ ਤੁਸੀਂ 9ਵੀਂ 10ਵੀਂ 'ਚ ਆ ਜਾਓ, ਤੇ ਫਿਰ ਤੁਸੀਂ ਉਹਨੂੰ ਅਪਗ੍ਰੇਡ ਕਰ ਸਕਦੇ ਹੋ। ਫਿਰ ਤੁਸੀਂ ਚੰਗੇ ਲਿਖਾਰੀਆਂ ਦੇ ਕੋਈ ਨਾਵਲ ਜਾਂ ਕਵਿਤਾਵਾਂ ਪੜ੍ਹ ਸਕਦੇ ਹੋ। ਤੇ ਜਿਲੇ ਤੁਸੀਂ ਇਹ ਪੜ੍ਹੋਗੇ ਤੇ ਫਿਰ ਤੁਸੀਂ ਦੇਖੋਗੇ ਤੁਹਾਨੂੰ ਗੁਰਬਾਣੀ ਪੜ੍ਹਨੀ ਬੜੀ ਸੌਖੀ ਲੱਗ ਰਹੀ ਹੈ। ਤੇ ਜਿਲੇ ਫਿਰ ਅੱਗੇ ਹੋਰ ਗ੍ਰੈਜੂਏਟ ਹੋਣਾ ਹੈ, ਫਿਰ ਤੁਸੀਂ ਨਾਲ ਨਾਲ ਕੀ ਕਰਨਾ ਹੈ, ਤੁਸੀਂ ਇੱਕ ਹੋਰ ਕਿਤਾਬ ਖਰੀਦਣੀ ਹੈ, ਪੰਜਾਬੀ ਮੁਹਾਵਰਾ ਕੋਸ਼। ਜਿਹੜੇ ਮੁਹਾਵਰੇ ਨੇ, ਜਿਵੇਂ ਸਰਪੰਚਾਂ ਦਾ ਕਹਿਣਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ, ਮੁਰਦਾ ਬੋਲੂ ਕੱਫਾ ਨਹੀਂ ਪਾੜੂ, ਹਨਾ, ਜਾਂ ਫਿਰ ਅਸੀਂ ਕਹਿੰਦੇ ਹਾਂ ਮੁਰਗੀ ਬੱਕਰੀ ਜਾਨੋਂ ਵੀ ਗਈ, ਖਾਣ ਵਾਲੇ ਨੂੰ ਸਵਾਦ ਵੀ ਨਾ ਆਇਆ, ਹਨਾ, ਪੈ ਗਈਆਂ ਤਰਕਾਲਾਂ ਤੇ ਕੁਚੱਜੀ ਮਾਰੇ ਛਾਲਾਂ। ਹੁਣ ਕੁਚੱਜੀ ਸ਼ਬਦ, ਇਹ ਅਖਾਣ ਵਿੱਚ ਕੁਚੱਜੀ ਸ਼ਬਦ ਆਇਆ, ਪਰ ਤੁਹਾਨੂੰ ਪਤਾ ਕੁਚੱਜੀ ਸ਼ਬਦ ਗੁਰਬਾਣੀ ਵਿੱਚ ਵੀ ਆਇਆ। ਸੋ ਇਹ ਬੱਚੇ ਬੜੀ ਹੈਰਾਨੀ ਦੀ ਗੱਲ ਹੈ, ਮੈਂ ਤੁਹਾਨੂੰ ਇੰਨਾ ਜ਼ਬਰਦਸਤ ਨੁਕਤਾ ਦੱਸ ਰਿਹਾ। ਤੇ ਜਿਹੜੀ ਅਸੀਂ એનર્ਜੀ ਇੰਨੀ ਵੇਸਟ ਕਰਦੇ ਹਾਂ, ਟਾਈਮ ਵੇਸਟ ਕਰਦੇ ਹਾਂ ਗੁਰਦੁਆਰਿਆਂ ਵਿੱਚ, ਜਿਹੜੇ ਪੰਜਾਬ ਤੋਂ ਬਾਹਰ ਗੁਰਦੁਆਰੇ ਵਾਲੇ ਕੈਂਪ ਲਗਾਉਂਦੇ ਨੇ ਇਹਦੇ ਪੰਜਾਬੀ ਸਿਖਲਾਈ ਕੈਂਪ, ਉਹਦਾ ਨਤੀਜਾ ਕੀ ਨਿਕਲਦਾ? ਕੁਛ ਨਹੀਂ ਨਤੀਜਾ ਨਿਕਲਦਾ। ਉਹ ਬੱਚੇ ਇਕੱਠੇ ਕਰਕੇ ਮਾੜਾ ਊੜਾ ਕਰਾ ਕੇ ਤੇ ਉਹ ਬਾਅਦ ਚੋਂ ਫਿਰ ਉਹਨਾਂ ਨੂੰ ਥੋੜਾ ਰਿਫਰੈਸ਼ਮੈਂਟ ਖਿਲਾ ਦਿੰਦੇ ਨੇ। ਉਹਨਾਂ ਨੂੰ ਤਸੱਲੀ ਹੋ ਜਾਂਦੀ ਕਿ ਅਸੀਂ ਬੱਚੇ ਇਕੱਠੇ ਕਰਕੇ ਉਹਨਾਂ ਨੂੰ ਕੋਈ ਦਾਨ ਪੁੰਨ, ਉਹਨਾਂ ਦੇ ਢਿੱਡ ਵਿੱਚ ਅਸੀਂ ਕੋਈ ਸਨੈਕਸ ਦੇ ਦਿੱਤੇ ਨੇ, ਕੋਈ ਸੈਂਡਵਿਚ ਖਿਲਾਤਾ। ਫਿਰ ਕੋਈ ਨਾ ਕੋਈ ਦਾਨੀ ਸੱਜਣ ਹੁੰਦਾ, ਉਹਦੇ ਦਿਮਾਗ 'ਚ ਹੁੰਦਾ ਕਿ ਬੱਚੇ ਰੱਬ ਦਾ ਰੂਪ ਹੁੰਦੇ ਨੇ, ਮੈਂ ਖਰੇ ਬੱਚਿਆਂ ਨੂੰ ਦਾਨ ਦੇਵਾਂਗਾ ਤੇ ਮੇਰਾ ਕੋਈ ਭਲਾ ਹੋ ਜਾਏਗਾ। ਇਹ ਵਹਿਮ ਨੇ ਸਾਰੇ। ਕਿਉਂਕਿ ਮੈਂ ਇੱਦਾਂ ਦੇ ਬੱਚੇ ਦੇਖੇ ਨੇ ਦਿੱਲੀ 'ਚ, ਜਿਹੜੇ 3-4 ਸਾਲ ਤੋਂ ਇੱਦਾਂ ਦੇ ਸਮਰ ਕੈਂਪ ਅਟੈਂਡ ਕਰਦੇ ਆ ਰਹੇ ਨੇ, ਤੇ ਹਾਲੇ ਤੱਕ ਪੰਜਾਬੀ ਪੜ੍ਹਨੀ ਨਹੀਂ ਆਈ। ਤੇ ਉਹਦਾ ਫਾਇਦਾ ਕੀ ਹੋਇਆ? ਤੇ ਦੂਜੀ ਗੱਲ ਹੈ, ਵੇਖੋ, ਫਿਰ ਮੈਂ ਉਹਨੂੰ ਪੁੱਛਿਆ ਵੀ, ਮੈਂ ਕਿਹਾ ਜਿਹੜੇ ਤੁਸੀਂ ਕੈਂਪ ਲਗਾ ਰਹੇ ਹੋ ਇਹਦਾ ਫਾਇਦਾ ਕੀ ਹੈ? ਕਿ ਇਸ ਤੋਂ ਬਾਅਦ ਕੀ ਬੱਚਾ ਜਿਹੜਾ ਸੁਖਮਨੀ ਸਾਹਿਬ ਪੜ੍ਹਨਾ ਸ਼ੁਰੂ ਕਰ ਦਿੰਦਾ, ਜਪਜੀ ਸਾਹਿਬ ਪੜ੍ਹਨੀ ਸ਼ੁਰੂ ਕਰ ਦਿੰਦਾ? ਤੇ ਹਾਲੇ ਤੱਕ ਤੁਸੀਂ 3 ਸਾਲ ਪਹਿਲੇ ਵੀ ਉਡਾੜਾ ਸਿਖਾ ਰਹੇ ਸੀ, ਹੁਣ ਵੀ ਉਡਾੜਾ ਸਿਖਾ ਰਹੇ ਹੋ, ਤੇ ਪ੍ਰਾਪਤੀ ਕੀ ਹੋਈ? ਔਰ ਦੂਜੀ ਗੱਲ ਹੈ, ਪਹਿਲੀ ਗੱਲ ਤਾਂ ਇਹ ਕਿ ਇਹ ਪੰਜਾਬੀ ਦਾ ਕੰਮ ਸਿਖਾਉਣ ਦਾ ਪੰਜਾਬੀ ਵਾਸਤੇ ਹੋਣਾ ਨਹੀਂ ਚਾਹੀਦਾ। ਇਹ ਇੰਨਾ ਕੰਮ ਤੇ ਮਾਪਿਆਂ ਦਾ ਫਰਜ਼ ਬਣਦਾ ਸਿਖਾਉਣ ਦਾ, ਘਰਾਂ ਵਿੱਚ ਹੀ। ਕਿ ਜਿਹੜੇ ਬੰਗਾਲੀ ਨੇ ਦਿੱਲੀ 'ਚ ਰਹਿੰਦੇ ਨੇ, ਉਹ ਕਿਤੇ ਆਪਣੇ ਬੰਗਾਲੀ ਮੰਦਿਰਾਂ ਵਿੱਚ ਜਾ ਕੇ ਬੰਗਾਲੀ ਸਿੱਖਦੇ ਨੇ? ਉਹ ਬੰਗਾਲੀ ਬੱਚਿਆਂ ਨੂੰ ਜਿਹੜੇ ਦਿੱਲੀ 'ਚ ਰਹਿੰਦੇ ਨੇ, ਉਹਨਾਂ ਨੂੰ ਬੰਗਾਲੀ ਉਹਨਾਂ ਦੇ ਮੰਮੀ ਡੈਡੀ ਸਿਖਾਉਂਦੇ ਨੇ, ਦਾਦਾ ਦਾਦੀ ਸਿਖਾਉਂਦੇ ਨੇ, ਨਾਨਾ ਨਾਨੀ ਸਿਖਾਉਂਦੇ। ਤੇ ਅਸੀਂ ਇਹ ਗੁਰਦੁਆਰੇ ਦੇ ਪੱਲੇ ਪਾ ਦਿੱਤਾ। ਤੇ ਮਾਪੇ ਕਾਹਦੇ ਲਈ ਹੈਗੇ ਨੇ? ਵਿਹਲੇ ਟੀਵੀ ਦੇਖਣ ਲਈ ਹੈਗੇ ਨੇ, ਸੀਰੀਅਲ ਦੇਖਣ ਲਈ ਹੈਗੇ ਨੇ? ਸੋਚਣ ਵਾਲੀ ਗੱਲ ਹੈ। ਹਾਂ, ਮੈਂ ਇਹ ਕਹਾਂਗਾ ਜਿਹੜੇ ਗੁਰਦੁਆਰਿਆਂ ਵਿੱਚ ਪੰਜਾਬੀ ਸਿਖਲਾਈ ਉਹ ਕਿਹਦੇ ਲਈ ਹੋਣੀ ਚਾਹੀਦੀ ਹੈ? ਉਹ ਨੌਨ ਪੰਜਾਬੀਜ਼ ਲਈ ਹੋਣੀ ਚਾਹੀਦੀ ਹੈ। ਕੋਈ ਦਿੱਲੀ ਦਾ ਬੰਗਾਲੀ ਕਵੇ ਜੀ ਮੈਂ ਪੰਜਾਬੀ ਸਿੱਖਣਾ ਚਾਹੁੰਦਾ, ਕੋਈ ਮਦਰਾਸੀ ਕਵੇ ਪੰਜਾਬੀ ਸਿੱਖਣਾ ਚਾਹੁੰਦਾ, ਕਿਉਂਕਿ ਮੈਂ ਸਿੱਖਾਂ ਦੀ ਸੇਵਾ ਤੋਂ ਬੜਾ ਪ੍ਰਭਾਵਿਤ ਹੈਗਾ। ਮੈਂ ਜਾਣਨਾ ਚਾਹੁੰਦਾ ਗੁਰਬਾਣੀ ਕੀ ਹੈ। ਬੜੇ ਬੰਦੇ ਐਸੇ ਨੇ ਜਿਹੜੇ ਪੰਜਾਬੀ ਚਾਹ ਨਾਲ ਸਿੱਖਦੇ ਨੇ, ਫਿਰ ਗੁਰਬਾਣੀ ਪੜ੍ਹਦੇ ਨੇ। ਮੈਂ ਇਹੋ ਜਿਹੇ ਨੌਨ ਸਿੱਖਸ ਨੂੰ ਜਾਣਦਾ, ਨੌਨ ਪੰਜਾਬੀਜ਼ ਨੂੰ ਜਾਣਦਾ। ਪਰ ਇਹਦੇ ਪੁੱਠਾ ਕੰਮ ਹੋ ਰਿਹਾ, ਜਿਹੜੇ ਪੰਜਾਬੀ ਨੇ ਉਹਨਾਂ ਨੂੰ ਪੰਜਾਬੀ ਸਿਖਾਈ ਜਾ ਰਹੀ ਹੈ ਗੁਰਦੁਆਰਿਆਂ ਵਿੱਚ, ਉਹ ਵੀ। ਤੇ ਉਹਦੇ ਲਈ ਕਿੰਨਾ ਟਾਈਮ ਔਰ એનર્ਜੀ ਵੇਸਟ ਕੀਤੀ ਜਾ ਰਹੀ ਹੈ। ਸੋ ਬੱਚਿਓ, ਆਪਣਾ ਮਾਈਂਡ ਸੈਟ ਚੇਂਜ ਕਰਨਾ ਹੈ। ਮਤਲਬ ਕਿ ਜਿਹੜੀ ਇਹ ਚੀਜ਼ ਹੈ ਨਾ, ਇੰਨੀ ਸੀਰੀਅਸ ਹੈ। ਔਰ ਇਹਦੇ ਵਾਸਤੇ ਮੈਂ ਤੇ ਇਹ ਕਹਾਂਗਾ, ਮੈਂ ਰੈਡੀ, ਕੱਟੜ ਹੋ ਜਾਓ, ਕੱਟੜ। ਕੋਈ ਕਿਸੇ ਨੂੰ ਅਸੀਂ ਕਿਸੇ ਦਾ ਕਰਜ਼ਾ ਨਹੀਂ ਦੇਣਾ। ਸਾਨੂੰ ਕਿਸੇ ਕੋਲ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈਗੀ ਕਿ ਅਸੀਂ ਦੇਸ਼ ਭਗਤ ਹੈਗੇ। ਔਰ ਮੈਂ ਇੱਕ ਹੋਰ ਗੱਲ ਦੱਸਵਾਂ, ਹਿੰਦੀ ਇਜ਼ ਨਾਟ ਨੈਸ਼ਨਲ ਲੈਂਗੁਏਜ। ਹਿੰਦੀ ਰਾਸ਼ਟਰੀ ਭਾਸ਼ਾ ਨਹੀਂ ਹੈਗੀ। ਪੰਜਾਬੀ ਦੀ ਰਾਸ਼ਟਰ ਭਾਸ਼ਾ ਪੰਜਾਬੀ, ਬੰਗਾਲੀਆਂ ਦੀ ਰਾਸ਼ਟਰ ਭਾਸ਼ਾ ਪੰਜਾਬੀ ਤੇ ਬੰਗਾਲੀ, ਮਦਰਾਸੀਆਂ ਦੀ ਰਾਸ਼ਟਰ ਭਾਸ਼ਾ ਮਦਰਾਸੀ, ਮਲਿਆਲੀਆਂ ਦੀ ਰਾਸ਼ਟਰ ਭਾਸ਼ਾ ਮਲਿਆਲੀ। ਇਹ ਸਾਰੀਆਂ ਲੈਂਗੁਏਜਸ ਜਿਹੜੀਆਂ ਨੇ ਕਨਸਟੀਟਿਊਸ਼ਨ ਵਿੱਚ ਸ਼ੈਡਿਊਲਡ ਬੋਲੀਆਂ ਨੇ। ਸੋ ਇਹ ਵੀ ਜਿਹੜੇ ਪ੍ਰਾਈਵੇਟ ਪਬਲਿਸ਼ਰਸ ਨੇ, ਇਹ ਝੂਠ ਲਿਖਿਆ ਜਾਂਦਾ ਹੈ, ਹਿੰਦੀ ਇਜ਼ ਨਾਟ ਰਾਸ਼ਟਰ ਭਾਸ਼ਾ। ਇਹ ਬਿਲਕੁਲ ਝੂਠ ਹੈਗਾ। ਕਨਸਟੀਟਿਊਸ਼ਨ ਖੋਲ ਕੇ ਦੇਖ ਲਵੋ। ਮੈਂ ਗਗਨਦੀਪ ਨੂੰ ਉਹ ਅਖਬਾਰ ਦੀ ਕਟਿੰਗ ਵੀ ਭੇਜੀ ਸੀਗੀ, ਤੁਸੀਂ ਪੜ੍ਹੀ ਹੋਣੀ ਹੈ। ਸੋ ਇਹ ਜਿਹੜੀਆਂ ਨਿੱਕੀਆਂ ਗੱਲਾਂ ਨੇ, ਜਿਹੜੀ ਮਿਸਇਨਫੋਰਮੇਸ਼ਨ ਫੈਲਾਈ ਜਾਂਦੀ ਹੈ ਤੇ ਤੁਹਾਡੇ ਦਿਮਾਗ 'ਚ ਗੱਲਾਂ ਫੈਲਾਈ ਜਾਂਦੀਆਂ, ਮੈਂ ਕਹਾਂਗਾ
ਗੁਰਬਾਣੀ ਤੋਂ ਟੁੱਟ ਕੇ ਤੁਸੀਂ ਸਿੱਖੀ ਦਾ ਤਸੱਵਰ ਜਿਹੜਾ ਹੈ ਉਹਦੀ ਕਲਪਨਾ ਨਹੀਂ ਕਰ ਸਕਦੇ। ਤਸੱਵਰ ਵੀ ਨਹੀਂ, ਤਸਵੀਰ, ਉਹਦੀ ਪਿਕਚਰ ਨੂੰ ਬਿਲਕੁਲ ਵੀ ਇਮੇਜਿਨ ਨਹੀਂ ਕਰ ਸਕਦੇ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੁਸੀਂ ਇਹ ਦੇਖੋ, ਜਦੋਂ ਸਿੱਖ ਜੰਗਲਾਂ ਵਿੱਚ ਰਹਿੰਦੇ ਸੀਗੇ, ਉਹ ਗੁਰਦੁਆਰਿਆਂ 'ਚ ਨਹੀਂ ਰਹਿੰਦੇ ਸੀਗੇ। ਨਾ ਉਹਨਾਂ ਕੋ ਵੰਨ ਸੁਵੰਨੇ ਲੰਗਰ ਸੀਗੇ, ਨਾ ਸੋਨੇ ਤੇ ਲੱਗਾ ਕਲਸ਼ ਸੀ ਸੋਨਾ ਸੀਗਾ, ਨਾ ਉਹਨਾਂ ਕੋ ਘਰ-ਬਾਰ ਸੀਗੇ। ਘੋੜਿਆਂ ਦੀ ਕਾਠੀਆਂ ਤੇ ਰਹਿੰਦੇ ਸੀਗੇ, ਪੱਤੇ ਖਾਂਦੇ ਸੀਗੇ ਤੇ ਚੜ੍ਹਦੀ ਕਲਾ ਵਿੱਚ ਰਹਿੰਦੇ ਸੀ। ਕਾਹਦੇ ਕਰਕੇ? ਗੁਰਬਾਣੀ ਕਰਕੇ। ਠੀਕ ਹੈ। ਸੋ ਬਲਕਿ ਮੈਂ ਕਹਾਂਗਾ ਜਿਹੜੇ ਸਾਡੇ ਅਮੀਰ ਇਲਾਕੇ ਨੇ, ਜਿਹੜਾ ਸਾਊਥ ਦਿੱਲੀ ਹੋ ਗਿਆ, ਪੰਜਾਬੀ ਬਾਗ ਹੋ ਗਿਆ, ਜਿੱਥੇ ਲੋਕੀ ਧਨਾੜ ਨੇ, ਉੱਥੇ ਦੇ ਗੁਰਦੁਆਰੇ ਤੇ ਕਿਸੇ ਨੇ ਇਲੀਟ ਕਲੱਬ ਬਣ ਗਏ ਨੇ। ਇਲੀਟ ਕਲੱਬ ਜਿਹੜਾ ਲਾਇਨਸ ਕਲੱਬ ਜਾਂ ਆਪਣੇ ਨਹੀਂ ਅਮੀਰਾਂ ਦੇ ਲਾਇਨਸ ਕਲੱਬ ਹੈਗਾ, ਰੋਟਰੀ ਕਲੱਬ ਹੈਗਾ, ਉਹ ਬਣ ਗਏ ਨੇ। ਤੇ ਉੱਥੇ ਲੰਗਰ ਨਹੀਂ ਹੁੰਦਾ, ਉੱਥੇ ਉਹ ਰਾਜ ਭੋਜ ਨਹੀਂ ਹੁੰਦਾ, ਜਿੱਦਾਂ ਅੱਜ ਮਸ਼ਰੂਮ ਹੋਏਗਾ ਜੀ, ਅੱਜ ਪਨੀਰ ਹੋਏਗਾ ਜੀ, ਅੱਜ ਇਹ ਹੋਏਗਾ। ਉੱਥੇ ਲੋਕੀ WhatsApp ਕਰਕੇ ਡਿਮਾਂਡ ਕਰਦੇ ਨੇ, ਉਹਨਾਂ ਨੂੰ ਪੁੱਛਦੇ ਨੇ ਵੀ ਕਮੇਟੀ ਨੂੰ ਵੀ ਅੱਜ ਲੰਗਰ ਵਿੱਚ ਕੀ ਹੈਗਾ। ਮੈਨੂੰ ਅਗਰ ਕਮੇਟੀ ਦੇ ਮੈਂਬਰ ਨੇ ਖੁਦ ਕਹਿੰਦੇ ਸਾਨੂੰ ਲੋਕੀ ਪ੍ਰੈਸ਼ਰ ਕਰਦੇ ਨੇ ਵੀ ਇਹ ਤੇ ਪਿਛਲੀ ਵਾਰੀ ਲੰਗਰ 'ਚ ਬਣਿਆ ਸੀ, ਐਤਕੀ ਲੰਗਰ ਵਿੱਚ ਇਹ ਬਣਾਓ। ਸੋ ਇਹ ਗੁਰਦੁਆਰੇ ਨੂੰ ਵੀ ਅਸੀਂ ਰੈਸਟੋਰੈਂਟ ਟਾਈਪ ਬਣਾ ਦਿੱਤਾ। ਸੋ ਇਹ ਜਿਹੜੀ ਚੀਜ਼ਾਂ ਨੇ, ਇਹ ਕਿਉਂ ਹੋ ਰਿਹਾ? ਕਿਉਂਕਿ ਇਹ ਚੀਜ਼ਾਂ ਅਸੀਂ ਆਪਣੇ ਅੰਦਾਜ਼ੇ ਦੇ ਨਾਲ ਕਰਦੇ ਹਾਂ, ਗੁਰਬਾਣੀ ਨਹੀਂ ਪੜ੍ਹਦੇ। ਗੁਰਬਾਣੀ ਪੜਾਂਗੇ ਤੇ ਭਾਈ ਲਾਲੋ ਦੇ ਬਾਰੇ ਪਤਾ ਲੱਗੇਗਾ, ਜੀਵਨ ਦੀ ਸਾਦਗੀ ਦੇ ਬਾਰੇ ਪਤਾ ਲੱਗੇਗਾ, ਥੋੜਾ ਖਾਣ ਬਾਰੇ ਪਤਾ ਲੱਗਿਆ। ਗੁਰਬਾਣੀ ਤੇ ਕਹਿੰਦੀ ਅੰਨ ਪਾਣੀ ਥੋੜਾ ਖਾਇਆ, ਤੇ ਅਸੀਂ ਗੁਰਦੁਆਰੇ ਲੰਗਰ ਲਾ ਕੇ ਕੀ ਕਹਿੰਦਾ ਵੀ ਅਸੀਂ ਪਸ਼ੂ ਹੈਗੇ ਹਾਂ, ਵੀ ਢਿੱਡ ਭਰ ਲਓ, ਇਹ ਵੀ ਖਾ ਲਓ, ਇਹ ਵੀ ਖਾ ਲਓ, ਇਹ ਵੀ ਖਾ ਲਓ, 6-6 7-7 ਆਈਟਮ, ਜਿੱਦਾਂ ਜ਼ਿੰਦਗੀ ਦਾ ਮਕਸਦ ਖਾਣਾ ਪੀਣਾ ਹੀ ਰਹਿ ਗਿਆ। ਸੋ ਇਹ ਜਿਹੜੀ ਚੀਜ਼ਾਂ ਨੇ, ਇਹ ਮੈਂ ਕਿਉਂ ਕਹਿ ਰਿਹਾ ਵੀ ਕਿਉਂ ਹੋ ਰਿਹਾ ਇੱਦਾਂ? ਕਿਉਂਕਿ ਜੇ ਕਮੇਟੀ ਦੇ ਮੈਂਬਰ ਗੁਰਬਾਣੀ ਪੜ੍ਹਨਗੇ, ਉਹਨਾਂ ਦਾ ਮਨ ਬਦਲੇਗਾ, ਫਿਰ ਉਹਨਾਂ ਨੂੰ ਗੁਰਬਾਣੀ ਤੋਂ ਸੇਧ ਮਿਲੇਗੀ। ਤਾਂ ਉਹਨਾਂ ਨੂੰ ਸੇਧ ਕਮੇਟੀ ਨੂੰ ਗੁਰਬਾਣੀ ਤੋਂ ਨਹੀਂ ਮਿਲ ਰਹੀ। ਉਹ ਜੋ ਸੰਗਤ ਹੈਗੀ, ਜੋ ਖੁਦ ਵੀ ਗੁਰਬਾਣੀ ਤੋਂ ਟੁੱਟੀ ਹੋਈ ਹੈ, ਉਹ ਆਪਣੀਆਂ ਜੋ ਇੱਛਾਵਾਂ ਨੇ, ਜਿਹੜੀਆਂ ਆਪਣੀ ਕਮਜ਼ੋਰੀਆਂ ਨੇ, ਉਹਦਾ ਪ੍ਰੈਸ਼ਰ ਪਾਉਂਦੇ ਨੇ। ਤੇ ਕਮੇਟੀ ਨੂੰ ਲੱਗਦਾ ਕਿ ਸੰਗਤ ਨੂੰ ਖੁਸ਼ ਰੱਖਣਾ ਹੈ, ਵੋਟਾਂ ਹੈਗੀਆਂ, ਤੇ ਜਿੱਦਾਂ ਸੰਗਤ ਡਿਮਾਂਡ ਕਰਦੀ ਫਿਰ ਉੱਦਾਂ ਕਰਦੇ ਹੈਗੇ ਨੇ, ਤੇ ਉਹ ਸਾਰੇ ਕੰਮ ਗੁਰੂ ਮਰਿਆਦਾ ਦੇ ਉਲਟ ਹੁੰਦੇ ਨੇ। ਸੋ ਇਸ ਕਰਕੇ ਮੈਂ ਕਹਿ ਰਿਹਾ, ਸਾਡੀ ਜਿਹੜੀ ਜੜ ਹੈਗੀ ਹੈ ਉਹ ਹੈ ਪੰਜਾਬੀ। ਨਹੀਂ ਇਸੇ ਪੰਜਾਬੀ ਇਟ ਮੀਨਸ ਗੁਰਮੁਖੀ ਲਿਪੀ। ਸੋ ਇਸ ਕਰਕੇ ਪੰਜਾਬੀ ਬੋਲਣ ਵਿੱਚ, ਪੜ੍ਹਨ ਵਿੱਚ, ਲਿਖਣ ਵਿੱਚ ਤੇ ਲਿਖੀ ਹੋਈ ਪੜ੍ਹ ਕੇ ਸਮਝਣ ਵਿੱਚ ਪ੍ਰੋਫੀਸ਼ੀਐਂਸੀ ਜਿਹੜੀ ਹੈ ਉਹ ਮਸਟ ਹੈਗੀ। ਚਾਹੇ ਤੁਸੀਂ ਇੰਜੀਨੀਅਰ ਬਣੋ, ਡਾਕਟਰ ਬਣੋ, ਵਕੀਲ ਬਣੋ, ਜੋ ਮਰਜ਼ੀ ਬਣੋ। ਸੋ ਇਸ ਕਰਕੇ ਮੈਂ ਕਹਾਂਗਾ ਵੀ ਤੁਸੀਂ ਜਿਹੜਾ ਇੱਕ ਲਿਟਰੇਚਰ ਹੈ, ਵਿੱਚ ਆਈ ਮੀਨ ਸਟਾਰਟਿੰਗ ਤੋਂ ਕਹਾਣੀਆਂ ਹੋਣ, ਚੁਟਕਲੇ ਹੋਣ, ਬੁਝਾਰਤਾਂ ਹੋਣ, ਕਾਮਿਕਸ ਹੋਣ, ਇੱਧਰੋਂ ਦੀ ਇਨੀਸ਼ੀਏਟ ਜ਼ਰੂਰ ਕਰੋ। ਤੇ ਤੁਸੀਂ ਇਸ ਦਾ ਕੋਈ ਸਿਸਟਮ ਬਣਾਓ। ਜਿਹੜੇ ਤੁਹਾਡੇ ਕੋਲ 300 ਬੱਚੇ ਆਏ ਨੇ, ਅੱਗੇ ਫੋਲੋ ਅਪ ਕਰੋ ਕਿ ਇਸ ਚੀਜ਼ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਿਵੇਂ ਲਾਗੂ ਕੀਤਾ। ਜਿਵੇਂ ਮੈਂ ਕਿਹਾ ਕਿ ਜਦੋਂ ਵੀ ਕਿਸੇ ਇਤਿਹਾਸਿਕ ਗੁਰਦੁਆਰੇ ਤੇ ਜਾਣਾ ਤੇ ਇਹ ਗੱਲ ਆਪਣੇ ਪੱਲੇ ਬੰਨ ਲਵੋ। ਜਿੱਦਾਂ ਅਸੀਂ ਕਹਿੰਦੇ ਵੀ ਗੁਰਦੁਆਰੇ ਜਾ ਕੇ ਮੈਂ ਲੰਗਰ 'ਚ ਇੰਨੇ ਪੈਸੇ ਪਾ ਕੇ ਆਣੇ, ਲੰਗਰ ਹਨਾ, ਲੰਗਰ ਦੀ ਰਸੀਦ ਕਟਾਣੀ ਹੈ ਜਾਂ ਇੰਨੇ ਦੀ ਕੜਾਹ ਪ੍ਰਸ਼ਾਦ ਕਰਾਉਣਾ ਹੈ। ਤੇ ਤੁਸੀਂ ਇਹ ਹੁਣ ਆਪਣੇ ਇੱਕ ਏਜੰਡੇ ਤੇ ਜੋੜ ਲਓ ਕਿ ਜਦੋਂ ਵੀ ਕਿਤੇ ਜਾਣਾ ਹੈ ਇਤਿਹਾਸਿਕ ਸਥਾਨ ਤੇ ਅਸੀਂ 500 ਰੁਪਏ ਦੀਆਂ, 300 ਰੁਪਏ ਦੀਆਂ, 1000 ਰੁਪਏ ਦੀ ਕਿਤਾਬਾਂ ਪੰਜਾਬੀ ਦੀਆਂ ਖਰੀਦ ਕੇ ਲਿਆਣੀਆਂ ਨੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਤੇ ਮੈਂ ਆਸ ਕਰਦਾ ਆਪ ਜੀ ਇਹ ਸਾਰੀ ਗੱਲਾਂ ਨੂੰ ਆਪਣੇ ਜੀਵਨ ਦੇ ਅਮਲ ਵਿੱਚ ਲਿਆਓਗੇ। ਸਰਕਾਰਾਂ ਇਹ ਕੰਮ ਕਦੀ ਨਹੀਂ ਕਰਨਗੀਆਂ, ਕਿਉਂਕਿ ਸਰਕਾਰਾਂ ਕਦੀ ਨਹੀਂ ਚਾਹਣਗੀਆਂ ਲੋਕੀ ਗੁਰਬਾਣੀ ਪੜ੍ਹ ਕੇ ਜਾਗਰੂਕ ਹੋਣ ਤੇ ਅਣਖ ਵਾਲੇ ਹੋਣ। ਕਿਉਂਕਿ ਜਿਹੜਾ ਬੰਦਾ ਗੁਰਬਾਣੀ ਪੜ੍ਹੇਗਾ ਉਹ ਸਰਕਾਰ ਤੋਂ ਡਰਨਾ ਤੇ ਸਰਕਾਰ ਦੀ ਈਨ ਮੰਨਣੀ ਬੰਦ ਕਰ ਦੇਗਾ। ਸਰਕਾਰਾਂ ਤੋਂ ਸਵਾਲ ਪੁੱਛਣ ਦੀ ਜੁਰਤ ਕਰੇਗਾ। ਅੱਜ ਤੁਸੀਂ ਦੇਖੋ, ਸਰਕਾਰ ਜਦੋਂ ਸਾਰਾ ਤਾਣਾ ਬਣਾ ਉਹ ਫੇਲ ਹੋ ਗਈ ਹੈ, ਉਹ ਨਿਕੰਮੀ ਸਾਬਤ ਹੋਈ ਹੈ, ਲਾਹਨਤਾਂ ਪੈ ਰਹੀਆਂ ਪੂਰੀ ਦੁਨੀਆ ਵਿੱਚ। ਜਿਹੜੇ ਸਰਦਾਰ ਨੇ, ਗੁਰੂ ਦੇ ਪਿਆਰੇ ਨੇ, ਉਹ ਕੀ ਕਰ ਰਹੇ ਨੇ? ਲੋਕਾਂ ਦੀ ਜਾਨ ਬਚਾ ਰਹੇ ਨੇ। ਅੱਜ ਇਹ ਸਿੱਧ ਹੋ ਗਿਆ ਕਿ ਇੱਕ ਸਰਦਾਰ, ਇੱਕ ਸਿੱਖ ਜਿਹੜਾ ਉਹ 1.25 ਲੱਖ ਦੇ ਬਰਾਬਰ ਹੈ। ਪਰ ਉਹਦੇ ਪਿੱਛੇ ਤਾਕਤ ਕਿਹੜੀ ਹੈਗੀ ਹੈ? ਗੁਰੂ ਦਾ ਥਾਪੜਾ। ਤੱਤੀ ਤਵੀ ਤੇ ਬੈਠੇ ਅਰਜੁਨ ਸਾਹਿਬ, ਗੁਰੂ ਅਰਜਨ ਸਾਹਿਬ ਬੈਠੇ ਨੇ, ਸਿੱਖਾਂ 'ਚ ਵਰਤਦੇ ਪਏ ਨੇ। ਉਹ ਗੁਰੂ ਤੇਗ ਬਹਾਦਰ ਜੀ ਨੇ ਸੀਸ ਦਿੱਤਾ ਆਪਣਾ, ਭਾਈ ਦਿਆਲਾ ਜੀ, ਭਾਈ ਸਤੀਦਾਸ ਜੀ, ਭਾਈ ਮਤੀ ਦਾਸ ਜੀ, ਉਹ ਸਿੱਖਾਂ ਵਿੱਚ ਵਰਤਦੇ ਪਏ ਨੇ। ਇਹ ਕਰਾਮਾਤ ਹੈ, ਕਰਾਮਾਤ। ਇਹ ਕਰਾਮਾਤ ਹੈ ਗੁਰਬਾਣੀ ਦੀ। ਸੋ ਪਿਆਰੇ ਬੱਚਿਓ, ਪਿਆਰੇ ਵਿਦਿਆਰਥੀਓ, ਜੇ ਤੁਸੀਂ ਆਪਣੇ ਜੀਵਨ ਨੂੰ ਰੁਸ਼ਨਾਣਾ ਚਾਹੁੰਦੇ ਹੋ, ਜੇ ਆਪਣੇ ਜੀਵਨ 'ਚ ਦੁੱਖ ਦੂਰ ਕਰਨਾ ਚਾਹੁੰਦੇ ਹੋ, ਤੇਰਾ ਇੱਕੋ ਹੀ ਤਰੀਕਾ ਹੈ ਗੁਰਬਾਣੀ ਨਾਲ ਜੁੜਨਾ। ਤੇ ਗੁਰਬਾਣੀ ਨਾਲ ਤਾਂ ਜੁੜਿਆ ਜਾਏਗਾ ਜੇ ਤੁਹਾਡੀ ਮਾਂ ਬੋਲੀ ਦੇ ਨਾਲ ਤੁਹਾਡਾ ਪਿਆਰ 100% ਹੋਏਗਾ। 100%। ਇਹ ਨਹੀਂ ਵੀ ਕਿ ਮਾੜਾ ਊੜਾ ਜਿਹੜਾ ਕੱਲਾ ਜਪਜੀ ਸਾਹਿਬ ਲਈ ਮੈਨੂੰ ਗੁਰਬਾਣੀ ਆਉਂਦੀ ਹੈ, ਇਹ ਪੰਜਾਬੀ ਆਉਂਦੀ ਹੈ। ਇਟ ਮੀਨਸ ਮੇਰੇ ਘਰ ਪੰਜਾਬੀ ਦਾ ਅਖਬਾਰ ਆਉਂਦਾ ਹੈ। ਇਟ ਮੀਨਸ ਮੇਰੇ ਘਰ ਪੰਜਾਬੀ ਦੀ ਕਿਤਾਬਾਂ ਪਈਆਂ ਨੇ, ਮੇਰੇ ਕੋਲ ਪੰਜਾਬੀ ਦਾ ਰਸਾਲਾ ਹੈਗਾ, ਮੈਂ ਸਾਰਿਆਂ ਨੂੰ ਪੰਜਾਬੀ 'ਚ ਗੱਲ ਕਰਦਾ ਹਾਂ, ਮੈਨੂੰ ਮਾਣ ਹੈਗਾ। ਸੋ ਇਹਨਾਂ ਗੱਲਾਂ ਨੂੰ ਆਪਣਾ ਜਿਹੜਾ ਇੱਕ ਮਾਈਂਡ ਸੈਟ ਜਿਹੜਾ ਹੈ, ਆਪਣਾ ਜਿਹੜਾ ਮਾਨਸਿਕਤਾ ਨੂੰ ਤੁਸੀਂ ਬਦਲਣਾ
ਤੇ ਬਿਲਕੁਲ ਆਜ਼ਾਦ ਫਿਜ਼ਾ ਦੇ ਵਿੱਚ ਆਜ਼ਾਦ ਸੋਚ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਗੁਜ਼ਾਰਨੀ ਹੈ। ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਖਾਲਸਾ, ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਅਸੀਂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕੈਪਟਨ ਯਸ਼ਪਾਲ ਸਿੰਘ ਜੀ ਦਾ, ਜਿਨ੍ਹਾਂ ਨੇ ਆਪਣਾ ਕੀਮਤੀ ਵਕਤ ਸਾਡੇ ਨਾਲ ਸਾਂਝਾ ਕੀਤਾ। ਕੈਪਟਨ ਸਾਹਿਬ, ਮੈਂ ਦੱਸਦਾ, ਇਹ ਕਲਾਸ ਜਿਹੜੀ ਚੱਲ ਰਹੀ ਹੈ ਇਸ ਟਾਈਮ 350 ਵਿਦਿਆਰਥੀ ਸਾਡੇ ਨਾਲ ਮੌਜੂਦ ਨੇ, ਔਰ ਸਿਰਫ ਸਿੱਖ ਧਰਮ ਤੋਂ ਹੀ ਇਹ ਬਿਲੋਂਗ ਨਹੀਂ ਕਰਦੇ, ਅਲੱਗ-ਅਲੱਗ ਧਰਮਾਂ ਦੇ ਵਿਦਿਆਰਥੀ ਵੀ, ਔਰ ਉਮਰ ਦੀ ਵੀ ਕੋਈ ਸੀਮਾ ਨਹੀਂ ਹੈ। ਇਹ ਸਾਰੇ ਵਿਦਿਆਰਥੀ ਮਾਂ ਬੋਲੀ ਪੰਜਾਬੀ ਨੂੰ ਸਿੱਖਣ ਆਏ ਨੇ, ਔਰ ਤੁਹਾਡਾ YouTube ਚੈਨਲ ਮੰਗ ਰਹੇ ਨੇ, ਉਹ ਅਸੀਂ ਇਹਨਾਂ ਨੂੰ ਫਲੈਸ਼ ਕਰ ਦਾਂਗੇ। ਔਰ ਇਹ ਵੀ ਬੇਨਤੀ ਹੋ ਰਹੀ ਹੈ ਕਿ ਤੁਸੀਂ ਇੱਕ ਕਲਾਸ ਹੋਰ ਲਓ, ਤੇ ਜਦ ਤੱਕ ਇਹ ਕੈਂਪ ਚੱਲ ਰਿਹਾ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਇਹ 3-4 ਦਿਨ ਨੇ ਤੇ ਤੁਸੀਂ ਇੱਕ ਵਾਰੀ ਫਿਰ ਇਹਨਾਂ ਦੇ ਰੂਬਰੂ ਹੋਵੋ। ਬਹੁਤ ਬਹੁਤ ਧੰਨਵਾਦ ਕੈਪਟਨ ਸਾਹਿਬ ਆਪ ਜੀ ਦਾ, ਬਹੁਤ ਬਹੁਤ ਧੰਨਵਾਦ। ਕਹਿੰਦੇ ਨੇ ਜੀ, ਪੰਜਾਬੀ ਮੇਰੀ ਜਾਨ ਵਰਗੀ, ਪੰਜਾਬੀ ਮੇਰੀ ਪਹਿਚਾਨ ਵਰਗੀ, ਪੰਜਾਬੀ ਮੇਰੀ ਜਾਨ ਵਰਗੀ, ਪੰਜਾਬੀ ਮੇਰੀ ਪਹਿਚਾਨ ਵਰਗੀ, ਪੰਜਾਬੀ ਬਜ਼ੁਰਗਾਂ ਦੀ ਦੁਆ ਵਰਗੀ, ਪੰਜਾਬੀ ਨਿਰੀ ਖੁਦਾ ਵਰਗੀ, ਪੰਜਾਬੀ ਨਿਰੀ ਖੁਦਾ ਵਰਗੀ। ਜਾਤ ਪਾਤ ਤੋਂ ਉੱਪਰ ਉੱਠ ਕੇ, ਧਰਮ ਤੋਂ ਉੱਪਰ ਉੱਠ ਕੇ ਇਹ ਜਿਹੜਾ ਪੰਜਾਬੀ, ਆਓ ਪੰਜਾਬੀ ਸਿੱਖੀਏ ਦਾ ਕੈਂਪ ਜਿਹੜਾ ਲਗਾਇਆ ਗਿਆ, ਆਓ ਜੀ ਇਹਦੇ ਸਫ਼ਰ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸਾਡੇ ਹਰਮਨ ਪਿਆਰੇ ਜਿਹੜੇ ਟੀਚਰ ਨੇ ਉਹਨਾਂ ਨੂੰ ਤੁਹਾਡੇ ਰੂਬਰੂ ਕਰਾਨੇ ਆ। ਸਰਦਾਰ ਸਾਡੇ ਵੀਰ, ਛੋਟੇ ਵੀਰ ਗਗਨਦੀਪ ਸਿੰਘ ਜੀ। ਹਾਂਜੀ ਗਗਨਦੀਪ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸ਼ੁਕਰੀਆ ਅਦਾ ਕਰਦੇ ਹਾਂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਅੱਜ ਦੀ ਕਲਾਸ ਵਿੱਚ ਫਿਰ ਸਾਨੂੰ ਮਿਲਣ ਦਾ ਮੌਕਾ ਦਿੱਤਾ। ਉਸ ਤੋਂ ਬਾਅਦ ਸ਼ੁਕਰੀਆ ਅਦਾ ਕਰਦੇ ਹਾਂ ਕੈਪਟਨ ਸਾਹਿਬ ਦਾ, ਜਿਨ੍ਹਾਂ ਨੇ ਕਿੰਨੀ ਸਾਰੀ ਇੰਪੋਰਟੈਂਟ ਗੱਲਾਂ ਸਾਨੂੰ ਦੱਸੀਆਂ। ਕੀ ਕਹਿ ਰਹੇ ਸਨ ਕਿ ਪੰਜਾਬੀ ਸਿਰਫ ਊੜਾ ਐੜਾ ਸਿੱਖਣ ਲਈ ਨਹੀਂ ਹੈ। ਪੰਜਾਬੀ ਕਿਉਂ ਸਿੱਖਣੀ ਹੈ? हमने ਪੰਜਾਬੀ ਇਸ ਲਈ ਸਿੱਖਣੀ ਹੈ ਤਾਂ ਕਿ ਅਸੀਂ ਗੁਰਬਾਣੀ ਨਾਲ ਜੁੜੀਏ। ਅਵਨੀਤ ਪੰਜੀ ਚੈਟ ਡਿਸੇਬਲ ਕਰ ਦੋ, ਫੇਸਬੁੱਕ ਤੇ ਬੜੀ ਪ੍ਰੋਬਲਮ ਆਏਗੀ ਨਹੀਂ ਤੇ। ਪੰਜਾਬੀ ਇਸ ਲਈ ਸਿੱਖਣੀ ਹੈ ਤਾਂ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਸਕੀਏ, ਔਰ ਬਾਣੀ ਪੜਾਂਗੇ ਤੇ ਦੁੱਖ ਦੂਰ ਹੋ ਜਾਣਗੇ। ਕੈਪਟਨ ਸਾਹਿਬ ਦੱਸ ਰਹੇ ਸਨ ਨਾ ਉਹਨੇ, ਕੈਪਟਨ ਸਰ ਨੂੰ ਅਸੀਂ ਦੁਬਾਰਾ ਕਹਾਂਗੇ ਉਹ 1-2 दिन ਹੋਰ ਕਲਾਸ ਲੈਣ, ਸਾਨੂੰ समझाएंगे कि इम्पोर्टेंस क्या है पंजाबी लैंग्वेज की। तो आओ आज की क्लास स्टार्ट करते हैं। कल का किस किसने होमवर्क कंप्लीट किया है? लेसन नंबर 9 और 10 किस किसने होमवर्क कंप्लीट किया? ईमानदारी से बताना। मैंने तो देख लिया है कि कई सारे बच्चों ने किया ही नहीं। आई कैन सी इट ऑन माई चैनल। अब जिन्होंने नहीं किया, फिर यहाँ पे हम लिमिटेड वर्ड्स करते हैं बोर्ड पे, बाकी के वर्ड्स वो नहीं कर पाएंगे। अब इसमें मैं तो कुछ नहीं कर सकता। और अगर पंजाबी सीखनी है अच्छे से तो हमने वो भी वर्ड्स, वो वाले लेसन्स भी कंप्लीट करने, ताकि उसमें जो न्यू वर्ड्स सीखे हैं हमने वो हमें क्लास में पहले ही पता हो कि हम क्या करने वाले हैं। चलो आइए देखते हैं, हमारे पास टाइम कम है आज। कल हमने किया था डड्डा, और अगर आपको याद हो डड्डा ऐसे बना था। डड्डा याद है आपको? डड्डा ऐसे बना था। आज इसी से मिलते जुलते पहले 3 शब्द करेंगे, और 3 अक्षर पहले इससे मिलते जुलते हैं, और फिर अगले 3 अक्षर वो अलग लेसन के। ये पहले 9th लेसन में हमने ये सीखा था, डड्डा से मिलता जुलता। देखो डड्डा ऐसे बना है, और यहाँ पे हो ये सर्कल बनाया, बस इसमें सर्कल नहीं बनाएंगे। एक ये सीखेंगे, उसके बाद एक सीखेंगे बीच में सर्कल बनाने, और फिर उसके बाद एक सीखेंगे ऐसे। ये देखो ये चारों मिल रहे हैं ना, मतलब मिल कैसे रहे हैं? सब में जो कोर वर्ड है वो 3 आ रहा है, सब में 3 की थोड़ी थोड़ी सी शेप्स अलग हैं। अब देखते हैं हम ये कौन कौन से अक्षर हैं। चलिए आइए, हिंदी, जल्दी जल्दी नोट करने की कोशिश करेंगे। पंजाबी, सबसे पहले हमने क्या सीखा था? डड्डा सीख चुके थे। अब हमने सीखना है त। तो तत्ता सबसे इजी है, ऐसे बनाना है, बस 3 बनाना है और कुछ भी नहीं करना, ठीक है? यानी हिंदी का ऊ बनाना है, तो ये बन गया तत्ता। साउंड किसकी देगा? ये त की, तत्ता। उसके बाद हम बनाएंगे भ। देखो भ, भ भर चुका है, उसका पेट भर चुका है भ से, तो पेट हम इसका मोटा कर देंगे, भर चुका है बेचारा खाना खा के, ठीक है? इसका पेट भर दिया हमने, तो ये है पब्भा। बोलना सीखेंगे, साथ साथ आप बोलने की कोशिश करें
ताकि तुहानू पता चलता रहे कि किवें बोलना है, कैसे बोलना है को पंजाबी में कहते हैं किवें बोलना है। क्या कहते हैं? किवें बोलना है। तो किवें बोलना है? पब्भा। बोलो सारे, पब्भा। पब्भा किस दी साउंड दे रहा है? पब्भा भ दी। उस तो बाद एक और शब्द आंदा है, असी ये कीता सी ड़। ड़ याद है? ड़ ड़ तो बनती है सड़क, ते 3 बना के सड़क बना देंगे थल्ले। देखो ये सड़क बन गई, सड़क बन गई ना। इतनी वड्डी नहीं बनानी, पर इतनी लंबी सड़क मत बनाना, ये थोड़ी छोटी सड़क है, हम थोड़ी छोटी बनाएंगे इसको, ठीक है? ये सिर्फ याद करने के लिए कि सड़क कैसे बनती है। अड़ा अड़ा, दिस इज अड़ा अड़ा। क्लियर हो गया? किस किस को क्लियर हुआ? जस्ट डू मुन्नी, किस किस को क्लियर हुआ? ओके, दैट्स ग्रेट। अड़ा अड़ा। इसके बाद हमने 10th लेसन जो है उसमें जो अक्षर सीखने थे, वो अगर आपने लेसन देखा होगा, आई वुड रिक्वेस्ट अगेन, क्योंकि इसके बाद हम बहुत, आज से 2 दिन बाद ही हमारी सारी मुहारनी कंप्लीट हो जाएगी। उसके बाद हम सेंटेंसेस फॉर्मेशन और पैराग्राफ राइटिंग और पंजाबी में कुछ न्यू न्यू वर्ड्स बोलने सीखेंगे। तो उसके लिए बहुत जरूरी है आपका होमवर्क कंप्लीट होगा, तभी आप सीख पाएंगे। तो तुसी होमवर्क कंप्लीट करना है। अगेन आई एम रिक्वेस्टिंग कि 2000 बच्चे जे हन साडे कोल, उस विचों घट्टो घट 500 बच्चा ते पढ़ जाए अच्छी तरह। बट आई कैन सी आप लोग होमवर्क नहीं देख रहे हो, सारे नहीं देख रहे हैं। जिन जो होमवर्क देखते हैं वो क्वेश्चन पूछते हैं, उनके डाउट्स भी होते हैं, बट मैं देख रहा हूँ सब होमवर्क नहीं देख रहे हैं। तो होमवर्क नहीं देखेंगे तो क्लास में तो इतने सारे हम अक्षर नहीं कर पाएंगे और ना ही इतने सारे शब्द बना पाएंगे। होमवर्क इसीलिए आपको दिया है ताकि उसमें इतने सारे वर्ड्स जो करवाते हैं वो आपकी वोकैबुलरी स्ट्रांग हो। कैप्टन सर उन्हें कह रहे थे ना कि वोकैबुलरी स्ट्रांग करनी है आईक्यू लेवल बढ़ाने के लिए। नेक्स्ट हम करेंगे, हमने वो वाली लाइन करी हुई है, फर्स्ट सेकंड और थर्ड लाइन कंप्लीट हो गई है मुहारनी की। फोर्थ लाइन है टैंका ठट्ठा डड्डा टड्डा, इतनी कर ली थी। उसका आखिरी अक्षर रहता था, अब वो देखते हैं वो आखिरी अक्षर क्या, वो है णाणा। ण हिंदी में होता है ना ण, ण की साउंड न से मिलती है और ये शब्द बिल्कुल हूबहू मिलता है। देखो हमने टैंका कैसे बनाया था, ऐसे बनाया था टैंका, ऐसे बनाया था। ट हिंदी का और पंजाबी का बिल्कुल सेम था, इसको टैंका कहते हैं। अब देखो उड़ाना बनाने के लिए इस लाइन को शॉर्ट करके यहाँ पे बस ऐसे लगा देंगे एक स्लांटिंग लाइन, तो ये बन गया नाना। एक बार बनाना सीखेंगे इसको, नहीं तो कंफ्यूज हो जाओगे। इधर देखो हमने क्या किया, पहले लाइन डाली, उसके बाद एक स्लांटिंग लाइन डाली और फिर यहाँ सेंटर से ट बना दिया, ये होता है नाना। इसको बनाने के और भी तरीके हैं, देखते हैं क्या क्या तरीके हैं। एक लाइन डाली, यहाँ पे एल बनाया, स्मॉल एल, फिर नीचे ट बना दिया। कुछ लोग ऐसे भी बना लेते हैं, ठीक है? तो इट्स टोटली अप टू यू कि आप कैसे बना रहे हैं। णाणा, दिस इज णाणा, ण की साउंड देता है णाणा, णाणा। उसके बाद देखो न, न कैसे बनता है, ट के बाद आता है ठ, ऐसे होता है ठ, बताओ ऐसे होता है ठ, ऐसे होता है। इसको बस नीचे से ऐसे खोल देंगे, यहां से बस ये खोल दिया तो ये बन गया न, नन्ना। दोबारा बनाना सीखेंगे, देखिए स्टैंडिंग लाइन और फिर 2 सी बनाएंगे, एक सीधा सी और एक उल्टा सी, ये बन गया नन्ना। बनाना आ गया आपको, समझ आई? वेरी गुड। तो बनाना सीखते हैं दोबारा से एक बार। नन्ना, इसको कहते हैं नन्ना। अगर आप कंफ्यूज हो रहे हैं अक्षरों में तो इसका मतलब है आपने होमवर्क नहीं किया। होमवर्क के लिए आपके पास 24 आवर्स होते हैं क्लास के बाद। अगर होमवर्क कर लेंगे, 2 बार रिवाइज करेंगे, तीसरी बार जब क्लास में रिवाइज होगा तो आप कहोगे ये तो मुझे आते ही हैं अक्षर, कल मैंने प्रैक्टिस करे थे। अगर दोबारा से हम आपको बता रहे हैं, अगर अच्छे से पढ़ना चाहते हैं पंजाबी एंड यू वांट कि समर कैंप पंजाबी के बाद हमें पंजाबी पढ़नी, लिखनी और बोलनी आ जाए, तो फिर इट इज कंपल्सरी दैट यू हैव टू डू योर होमवर्क। चैनल पे जाके चैनल को सब्सक्राइब करना है, होमवर्क देखना है, तभी जाके हम कुछ फायदा ले पाएंगे, अदरवाइज कोई फायदा नहीं होगा।
न के बाद न से बिल्कुल हूबहू मिलता जुलता एक और अक्षर है हमारे पास, उसको कहते हैं लल्ला। देखो स्टैंडिंग लाइन के नीचे ठ खुला हुआ बनाया था, वी के नीचे बनाएंगे। देखो वी लिखा मैंने, लाइन बनाई, वी लिखा और इसके नीचे ऐसे बना दिया। आया बनाना? दोबारा सिखाऊं? एक बार दोबारा सीखते हैं कैसे बनाया। एक स्टैंडिंग लाइन, नीचे वी बनाया और फिर यहाँ पे ऐसे खोल दिया, यहां से ऐसे खोल दिया, लल्ला। दिस इज ल। ठीक है, आ गया बनाना? समझ आ गई? पेरेंट्स अगर साथ में बैठे हैं तो उनसे रिक्वेस्ट है कि बच्चों को साथ साथ करवाते जाएंगे होमवर्क, तब ठीक रहेगा। नहीं तो फिर आप सोचेंगे टाइम वेस्ट करा इन्होंने समर कैंप में। ल, अब देखिए ये है लल्ला, लल्ला। चलिए नोट कीजिए फटाफट, हरी अप हरी अप, नोट इट डाउन, ताकि असी मतलब हम आगे वधिए, आगे बढ़ें, आगे वधिए। हरी अप नोट इट डाउन। हुन असी इस तो शब्द बनाएंगे। ए अखर सिख लेन, अखर हिंदी में अक्षर, पंजाबी विच अखर। ए असी अखर सिख लेन, हुन असी इस तो बनाएंगे शब्द। देखेंगे केड़े केड़े शब्द बना पा रहे हैं। नोट डाउन कर लिया? जिसने नोट कर लिया दसो मैनू, यस नो करो। ओके नोट कर लिया तुसी, वेरी नाइस, वेरी गुड। चलो असी हुन अखर बनाएंगे, अखर सिख लेन, हुन असी शब्द बना। इरेज करदा मैं, इरेज कर दवा? ओके। जिन्हां दा मिस हो जाता है, बार बार मैं कहना होमवर्क कंप्लीट करो, कैंप दी वीडियो आ जाती है वो देख लिया करो, पूरी समझ आ जाएगी। ये वीडियोस, ये जो वीडियोस देखते हो आप चैनल पे, ये सबके साथ शेयर करा करो, अपनी फ्रेंड्स फैमिली, ताकि उनको भी पता चले आप क्या क्या सीख रहे हैं। तो आज हमने कौन कौन से अक्षर सीखे, पहले यहाँ लिख लेते हैं। तत्ता, पब्बा, डाड़ा, नाना, नन्ना, लल्ला। अजय अखर सीखे न सी, राइट? 6 अल्फाबेट। ਅਸੀਂ देखेंगे ना तो की बन रहा है। देखिए की लिखा है, तुसी आपे बोलन दी कोशिश करो, आपे सोचो की लिखा है। यह है तत्ता, तत्ता कन्ना आदि मात्रा रारा, तत्ता कन्ना रारा, तार, तार, तत्ता कन्ना रारा तार। हिंदी में जिसको कहते हैं ना तीसरा, उसको पंजाबी में कहते हैं तीजा। देखो तत्ता बिहारी जज्जा कन्ना, ये सारे ऐसे अक्षर सीख चुके हैं। तत्ता बड़ी की मात्रा, ज को आ की मात्रा, तीजा, तीजा, तीजा मतलब तीसरा, तीजा। पढ़ पा रहे हैं आप? तीजा, साथ साथ बोलते रहेंगे तो प्रैक्टिस होती रहेगी। बोलो तीजा, तीजा। मेरी वीडियो नु पिन कर लिया करो ताकि स्क्रीन वड्डी हो जाए, तो सिर्फ स्क्रीन ते मैं ही दिखा, ठीक है? फिर बोर्ड ज्यादा क्लियर होएगा। आगे देखते हैं। देखो थोड़ा जा वड्डा शब्द असी बनाया है। तत्ते नु टिप्पी, दद्दा तंद, रारे नु औंकड़ रू, तंदरू, सस्सा तत्ता तंदरुस्त। दोबारा पढ़ांगे। तत्ते नु टिप्पी तंद, दद्दा तंद, रारे नु औंकड़ सस्सा तंदरुस्त, तत्ता फिर तंदरुस्त। हिंदी विच लिख लेंदे आ तंदरुस्त।
अगला अखर देखते हैं। अगला तत्ते अखर तो की बनेगा होर, एक होर बना लेंदे हैं, फिर असी अगे बढ़ांगे। दसो ये की लिखा है, आपे पढ़ने की कोशिश करो। तत्ता कन्ना ता, जज्जा कन्ना जा, ताजा ताजा ताजा। तत्ते तो हो गया, हुन असी बनाने हैं पब्बे, तो पब्बा। ठीक है, देखो किवें पब्बा बनाना है। भ भरा हुआ है तो उसका पेट भी भर चुका है, ऐसे बनाएंगे, भरा पेट, भर पेट। ठीक है, पब्बा किवें बनाना है, आ गया बनाना। आपे पढ़ो, आपे पढ़ो, तुसी की लिखा है, आपे पढ़ो। पब्बा कन्ना पा, रारा बिहारी री, पारी। भा, र को बड़ी की मात्रा री, भारी, भारी, भारी। ठीक है, उस तो बाद ये देखो एक ही लिखा है, ये बड़ा अच्छा शब्द बनाएंगे असी। दसो एक ही लिखा है, पब्बे नु दुलैंकड़ भू, एड़े नु कन्ना आ, भूआ, भूआ, भूआ। जेडे बच्चे स्क्रीन दे इतनी अंदर वड़ के देख रहे हैं, वो अपनी एक बार स्क्रीन नु लेफ्ट स्वाइप करन, लेफ्ट स्वाइप करो। अगर जूम ते हो लेफ्ट स्वाइप करोगे तो मेरी सिंगल फोटो आ जाएगी। ठीक है, तुसी आराम नाल बोर्ड देख सकते हो। भ बड़े ओ की मात्रा, अ को आ की मात्रा, भूआ। पर इसनु पंजाबी च किवें बोलांगे, किवें बोलांगे, बोलो सारे। भूआ, भूआ। अच्छा, जिसनु हिंदी विच बोलते है भाभी, भाभी, उसमें पंजाबी विच भी भाभी बोल देंगे है कई बार, बट पंजाबी विच बोलते हैं भरजाई, भरजाई। देखते हैं की बोलते हैं। पब्बा, रारा, जज्जा, कन्ना, ईड़ी, बिहारी। देखो तोड़ तोड़ के पढ़ांगे। पब्बा रारा पर, जज्जा कन्ना जा, पर जा, ईड़ी बिहारी ई, पर जाई, पर जाई। ये हुंदी है भर जा ई, पर जाई। पर जाई। पब्बा तो हो गए शब्द, तुसी देखे पब्बा, तो हुन असी ड़ तो करांगे। ड़ाड़े तो शब्द बनदे न। देखो की लिखा है, खखा, क्योंकि ऊपर मुंह खुलिया है, ख दा मुंह खुला। खखा, ड़ाड़ा कन्ना खड़ा, किथे खड़ा है तू, खड़ा। ठीक है, ਹੁਣ ਅਸੀਂ ਹੋਰ ਦੇਖਾਂਗੇ, ਥੋੜਾ ਜਿਹਾ ਚੈलेंजिंग शब्द बना ਦਿੰਦੇ ਆ। दसो की लिखा है, पहला अखर दसो की है, पहला अखर की है ਅਸੀਂ ਕੀਤਾ ਹੋਇਆ, झ झंडा, झज्जा, झज्जा, गग्गा झग, ड़ाड़ा कन्नाड़ा झगड़ा। ਇਹਦੇ झगड़ा मत करो, झगड़ा इस तरह पंजाबी लिखते हैं, झगड़ा। झ ग ड़ा, झगड़ा, झगड़ा। ठीक है, ਹੁਣ ਅਸੀਂ ਗੁਰਦੁਆਰੇ ਸਾਹਿਬ ਜਾਂਦੇ ਆਂ ਤੇ अपने शूज उतारते हैं, शूज, चप्पलां, सैंडल्स वगैरह, फुटवियर उतारते हैं, तो फुटवियर ਨੂੰ ਪੰਜਾਬੀ ਵਿੱਚ ਕੀ ਕਹਿੰਦੇ ਆ, जोड़े, जोड़े। अपने जोड़े गुरुद्वारे साहब ला के जाओ, जोड़े, जोड़े। ब्रैकेट भी लिख सकते हो, चप्पलां, जोड़े, जोड़ा भी कह सकते हैं। ठीक है,
ਹੁਣ ਅਸੀਂ ਣਾਣਾ ਤੋਂ ਬਣਾਉਂਦੇ ਹਾਂ, ਤੱਤਾ ਹੋ ਗਿਆ, ਭੱਬਾ ਹੋ ਗਿਆ, ਡਾੜਾ ਹੋ ਗਿਆ, ਣਾਣਾ। ਦੇਖੋ ਇਹ ਮੈਂ ਬਹੁਤ ਘੱਟ ਸ਼ਬਦ ਬਣਾ ਰਿਹਾ, ਤੁਸੀਂ ਦੇਖਿਆ ਹੋਏਗਾ ਹੋਮਵਰਕ ਦੇ ਲੈਸਨਸ ਵਿੱਚ ਤੇ ਬਹੁਤ ਸਾਰੇ ਬਣਾਏ ਹਨ, ਕਿਉਂਕਿ ਇੱਧਰ ਇੱਕ ਤੇ ਸਾਡੇ ਕੋਲ ਟਾਈਮ ਘੱਟ ਹੁੰਦਾ, दूसरा स्पेस घट है, ਤੇ ਤੁਸੀਂ ਸਾਰਿਆਂ ਨੇ ਹੋਮਵਰਕ ਕਰਨਾ ਹੈ। ਹੋਮਵਰਕ में आपको बहुत सारी वोकैबुलरी मिल जाएगी, ਜੇ ਤੁਸੀਂ ਦੇਖ ਕੇ ਦੁਬਾਰਾ ਨਿਊ ਵਰਡਸ ਸਿੱਖ ਸਕਦੇ ਹੋ। ਉਸ ਵਿੱਚ ਹੋਰ ਵੀ ਬੜੇ ਸਾਰੇ ਸ਼ਬਦ ਕਰਾਂਦਾ, ਇੱਧਰ ਤੇ ਬੜੇ ਲਿਮਿਟਿਡ ਨੇ, ਉਧਰ ਇੱਕ ਅੱਖਰ ਤੋਂ 5 6 ਸ਼ਬਦ ਕੀਤੇ ਹੋਏ ਨੇ ਅਸੀਂ। ਤੇ ਤੁਸੀਂ ਨਹੀਂ ਕਰੋਗੇ ਹੋਮਵਰਕ ਤੇ ਤੁਹਾਡਾ ਲਾਸ ਹੈ, ਫਿਰ ਸਿੱਖ ਨਹੀਂ ਪਾਓਗੇ, ਲੱਗੇਗਾ ਟਾਈਮ ਵੇਸਟ ਹੈ। ਠੀਕ ਹੈ, ਨਾਣਾ ਤੋਂ ਕਰਦੇ ਹਾਂ। ਹੱਸਣਾ, ਹੱਸਣਾ ਜਿਸਨੂੰ ਪੰਜਾਬੀ ਕਹਿੰਦੇ, ਇਸਨੂੰ हिंदी में कहते हैं ना हंसना, पंजाबी में कहते हैं हंसना। हिंदी में इसको कैसे लिखेंगे? हंसना। आधा स पर आधे दा कोई प्रोविजन ही नहीं है पंजाबी विच, इस करके णाणा लिखा है और दूसरा सस्सा पूरा आया, हंसना। इसी तरह लिख लांगे रोना, हंसना, रोना। ओके, नेक्स्ट देखते हैं ਅਸੀਂ ਣਾਣਾ तो की है सुंदर। सुंदर ਨੂੰ ਅਸੀਂ ਕੀ ਕਹਿੰਦੇ ਆ? ਸੋਹਣਾ। सोहना, कितना सुंदर है ये दृश्य, कितना सुंदर है, ये दिख कितनी सोहनी है। सोहना, 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 सोहना मतलब प्रिटी, ब्यूटीफुल, सोहना। और असी देख लेंदे हैं की बन सकता है। गिनती जिसको हिंदी में कहते हैं, उसमें पंजाबी कहते हैं गिनती। गिनती देखो, तत्ता भी असी हुणे कीता और नाना भी। गिनती, गिनती। गिनती, गिनती। नाल नाल लिख रहे हो तुसी? समझ आ रहे हैं नाल नाल अखर? केड़े केड़े अखर सीखे? तत्ता सीखिया, नाना सीखिया, फिर शब्द बना रहे हैं। अखर समझ आए पहले ए वाले, फिर उस तो बाद शब्द। गिनती, गिनती। हुण असीं णाणा भी, तत्ता हो गया, भब्बा हो गया, डाड़ा हो गया। अच्छा, इन्हां दे थल्ले लिखता है हिंदी विच, ये है त, ये है भ, ये है ड़, ण, न, ल। हुण असीं नन्ना और लल्ला तो बना लेंदे आ नीला। नी दोनों आ गए, नन्ना भी आ गया, लल्ला भी आ गया। नीला, नीला मीन्स ब्लू। आसमान कितना नीला है, नीला, नीला। ठीक है, एक और बना लेते हैं, मुलाकात। मुलाकात, मुलाकात। पहले बनाया नीला, फिर बनाया मुलाकात। बड़े सारे होर हो सकते हैं, नेकी, नेकी। एक आखिरी शब्द कर लेंदे हां, नुकसान। नुकसान। ਇਹ ਅਸੀਂ ਇਹ ਅੱਖਰਾਂ ਤੋਂ ਇਹ ਸ਼ਬਦ ਬਣਾਏ ਨੇ, ਤੁਸੀਂ ਨੋਟ ਡਾਊਨ ਕਰੋ ਜਲਦੀ ਜਲਦੀ। ਇਹ ਸਾਰੇ ਤੁਸੀਂ ਨੋਟ ਡਾਊਨ ਕਰਕੇ ਆਪਣੇ ਕੋਲ ਰੱਖ ਲਓ, ਠੀਕ ਹੈ। ਕੋਈ ਡਾਊਟ ਹੁੰਦਾ ਤੇ ਤੁਸੀਂ ਮੇਰੇ ਨੰਬਰ ਤੇ ਪੁੱਛ ਲੋਗੇ ਮੈਨੂੰ, ठीक है। WhatsApp करोगे, सारे कॉल्स ना करन लग जाना, WhatsApp करोगे तो मैनू पता चल जाएगा। तुसी वो वर्ड जेड़ा कोई वर्ड समझ नहीं आ रहा उस ते WhatsApp कर देना कि
ਕਿ ਵੀਰ ਜੀ ਇਹ ਵਰਡ ਨੂੰ ਕਿਵੇਂ ਪ੍ਰੋਨਾਉਂਸ ਕਰਨਾ ਹੈ, ਤੇ ਮੈਂ ਉਹ ਦੱਸ ਦਾਂਗਾ ਕਿ ਕਿਵੇਂ ਪ੍ਰੋਨਾਉਂਸ ਕਰਨਾ ਹੈ। ਠੀਕ ਹੈ, ਅਗਰ ਕੋਈ ਡਾਊਟ ਆਉਂਦਾ ਹੈ ਇੱਧਰ, ਕਿਉਂਕਿ ਹੁਣੇ ਚੈਟ ਇਨੇਬਲ ਕਰਾਂਗੇ ਤੇ ਬਹੁਤ ਯੂਜ਼ਲੈਸ ਮੈਸੇजेस ਆਣੇ ਸ਼ੁਰੂ ਹੋ ਜਾਣਗੇ ਚੈਟਸ ਵਿੱਚ, ਇਸ ਕਰਕੇ ਅਸੀਂ ਚੈਟਸ ਇਨੇਬਲ ਨਹੀਂ ਕਰ ਸਕਦੇ, ਔਰ ਮਾਈਕ ਤੇ ਵੈਸੇ ਹੀ ਅਸੀਂ ਅਨਮਿਊਟ ਕਰਨਾ ਬੜਾ ਔਖਾ ਹੈ। ਪ੍ਰਭਨੂਰ ਕੌਰ ਬੱਚੇ ਤੁਹਾਨੂੰ ਡਾਊਟ ਆ ਰਿਹਾ ਕੋਈ, ਮੈਨੂੰ ਲੱਗ ਰਿਹਾ, ਇੱਕ ਮਿੰਟ ਰੁਕੋ ਮੈਂ ਟਰਾਈ ਕਰਦਾ ਜੇ ਤੁਹਾਡਾ ਮਾਈਕ ਅਨਮਿਊਟ ਹੁੰਦਾ ਮੇਰੇ ਤੋਂ, ਵੇਟ, हैंड रेज रखना अपना। देखो अनम्यूट करके देखो प्रभनूर अपने आप नो। यस सर। हाँ जी सर बच्चे। मुझे पूछना है कि ये जो जोड़े हैं सर, इसमें जोड़े में ओ जो है वो एक बार आप लिखना सिखा दोगे, उसमें मुझे प्रॉब्लम आती है लिखने में। ठीक है बच्चे, ये देखो, हाँ हैंड रेज कर लो जिसमें डाउट है, सिर्फ 5 3 4 या 5 डाउट लेके ते मैं क्लास छोड़ांगा। पहले सारे हैंड्स डाउन करो, सारे हैंड्स डाउन करो, यूजलेस हैंड्स बड़े खड़े हैं, जिन्होंने डाउट है सिर्फ वही हैंड रेज करेंगे। प्रभनूर बच्चे ये देखो, ओ किवें बनाना है, किधर लिखा, बोर्ड पूरा पर इधर लिख लेने, एक लाइन बनानी है, यानी अखर दे ऊपर लाइन बनाई ते उस ऊपर इस तरह बनाया। 4 बनाना आंदा सानू इस तरह 4, बस इसमें असं कर्व बनाना है, कर्व इधरों इस तरह और इधर इस तरह बना के देखो, एक बार बना के देखो, हो रहा है, बना पा रहे हो, आया समझ में? एक और बार बना देना, ठीक है बच्चे। देखो एक असी लाइन खिंचांगे, फिर उस दे ऊपर इस तरह बना देंगे, एक कर्व बनाना है बस। ते जे यही ओ दी मात्रा बनानी है तो फिर असी एक डंडी पा देंगे इधर, है ना, ओ दी मात्रा बन जाएगी। आ गया, हम क्लियर हो गया बच्चे? वेरी गुड, वेरी नाइस। फटाफट मैं एक दो होर नु कहांगा अनम्यूट, जिसका नाम लांगा वो अनम्यूट कर सकता है, बाकी और कोई कर ही नहीं पाएगा क्योंकि मैं अलाउ नहीं करांगा और किसी नु। हुन मैं कह रहा किस किसने हैंड रेज किया होया है? जगविंदर सिंह, जगविंदर सिंह बेटा तुसी अपने आप नु अनम्यूट कर सकते हो, पता नहीं कित्थे चला गया है मुंडा। नवीन नहीं, युवीन, युवेन ननवानी, युवेन ननवानी बेटा अपने आप को अनम्यूट कर सकते हो आप, एंड यू कैन आस्क। यस सर, हाउ टू मेक बड़ा ना? बड़ा ना बेटा, पंजाबी में छोटा ना और बड़ा ना कुछ नहीं होता, मैंने बताया ना, पंजाबी में आधा अक्षर, ये है न आधा और ये है न पूरा। पंजाबी में ना बड़ा वाला ना, उसको पंजाबी में कैसे बनाते हैं? बड़ा वाला न कौन सा बेटा हिंदी में? ये जो ये लिखा है ये न, नुकसान, ऐसे ही बनेगा पंजाबी में, न जब भी बनाएंगे ऐसे ही बनेगा। अच्छा अपना माइक अब अनम्यूट कर लो आप प्लीज, अपना माइक। नाउ चांस गोज टू युवराज सिंह सोंधी, युवराज सिंह सोंधी, यू कैन अनम्यूट योरसेल्फ। युवराज सिंह सोंधी अनम्यूट करो अपने आप को। 6G जिन्होंने आगे लिखा है, नहीं कर रहे हैं ये। जपलीन कौर, नहीं, चांस उनको मिलेगा जिनकी वीडियोस ऑन है, ठीक है, इनकी वीडियो ऑन नहीं है तो इनको चांस नहीं मिलेगा। सिप्पी कुकरेजा, आप अपने आप को अनम्यूट कर सकते हैं। सिप्पी कुकरेजा, हाँ जी पूछिए। सर आई वांट टू आस्क दैट हाउ टू मेक ए मात्रा। ए बेटा इट इज वेरी इजी, देखो ए की मात्रा ऐसे बनाते हैं हिंदी में, ए की ऐसे बनाते हैं, बस इनके गोले हटा दो, गोले हटाएंगे तो ए की मात्रा बने, ऐसे सिंपल। आप पुराने लेसन्स देखोगे तो आपको पता चल जाएगा कैसे बनवाई है वीर जी ने, ठीक है बच्चे? ओके सर। ओके, म्यूट योरसेल्फ, वेरी गुड। थोड़े से डाउट्स और लेंगे जिनकी वीडियोस ऑन है। जसलीन कौर बेटा अगर तुसी सुन सकते हो, टर्न ऑन योर माइक। जसलीन कौर। ਵੀਰ ਜੀ ਮੈਂ ਇਹ ਪੁੱਛਣਾ ਚਾਹੁੰਦੀ ਆ ਕਿ ਇੱਕ ਕੰਨਾ ਬਿੰਦੀ ਵੀ ਮਾਤਰਾ ਹੁੰਦੀ ਹੈ ਕੀ? केड़ी मात्रा पूछ रहे हो? ਕੰਨਾ ਬਿੰਦੀ। कन्ना एक मात्रा है, एक कन्ना मात्रा है, आधा डंडा ते ऊपर बिंदी लगाओगे तो बिंदी मात्रा है। कन्ना बिंदी कोई एक मात्रा नहीं, बिंदी जड़ी है वो लग अक्षर है, ठीक है, वो अक्षर ना लग के एक नवा अक्षर बना देंदी है,
ठीक है। ਤੇ ਵੀਰ ਜੀ ਤੁਹਾਡੀ ਲਾਈਟ ਆ ਰਹੀ ਹੈ ਬਲੈਕ ਬੋਰਡ ਤੇ ਕਲੀਅਰ ਨਹੀਂ ਹੋ ਰਹੇ ਉੱਪਰ ਦੇ ਵਰਡਸ। ਹੁਣ ਦੇਖੋ। ਹਾਂਜੀ ਹਾਂਜੀ ਹੁਣ ਠੀਕ ਹੈ। ठीक है, ਬਟ थैंक यू। ਪਿਨ ਇੱਕ ਹੋਰ ਪ੍ਰੋਬਲਮ ਹੈ ਕਿ ਪਿਨ ਨਹੀਂ ਕਰ ਪਾ ਰਹੀ ਮੈਂ ਕਿਸੇ ਨੂੰ, ਤੁਹਾਨੂੰ ਪਿਨ ਕਰਨਾ ਤੇ ਪਿਨ ਨਹੀਂ ਕਰ ਪਾ ਰਹੀ। ਆਪਣੀ ਸਕਰੀਨ ਜਿੱਧਰ ਤੁਹਾਨੂੰ ਮੇਰੀ ਫੋਟੋ ਦਿਖਦੀ ਹੈ ਨਾ, ਉਸ ਸਕਰੀਨ ਨੂੰ ਲੈਫਟ ਸਵਾਈਪ ਕਰ ਦਿਓ, ਜਿੱਧਰ ਤੁਸੀਂ ਆਪਣਾ ਫੇਸ ਦੇਖ ਸਕਦੇ ਹੋ। ਉਸ ਨੂੰ ਲੈਫਟ ਸਵਾਈਪ ਕਰੋਗੇ ਤੇ ਸਿਰਫ ਇੱਕ ਮੇਜਰ ਫੋਟੋ ਆ ਜਾਏਗੀ, ਉਸ ਵਿੱਚ ਤੁਹਾਡੀ ਹੋਏਗੀ ਤੇ ਮੇਰੀ ਹੋਏਗੀ, ਜਿਹੜਾ ਬੋਲ ਰਿਹਾ, ਬਸ ਦੋ ਦੀ ਆਏਗੀ। करके देखो एक बार। ਹਾਂਜੀ ਬਟ ਉਹ ਤੇ ਆ ਰਿਹਾ, ਬਟ ਪਿਨ ਨਾ ਇੱਕ ਡਬਲ ਟੈਪ ਹੋ ਕੇ ਹੁੰਦਾ ਹੈ ਬਟ ਹੋ ਨਹੀਂ ਪਾ हाँ, रहा। कई बार नहीं होता, पता नहीं बेटा। चलो कोई नहीं। ऐसी सरबजोत सिंह, जयमित कृष्णानी, नहीं इनकी वीडियो ऑफ है। जसलीन कौर हो गई। नाउ वी विल गो टू गुनीत सिंह सलूजा। सरबजोत सिंह ने उन तक अनम्यूट नहीं किया, गुनीत सिंह सलूजा ने भी नहीं किया। सर हाँ जी वाहिगुरु। ਜਿਹੜਾ ਝੱਜੇ ਤੋਂ ਬਾਅਦ ਜਿਹੜਾ ਅੱਖਰ ਆ ਉਹਨੂੰ ਪ੍ਰੋਨਾਂਸ ਕਰਨਾ ਨਹੀਂ ਆ ਰਿਹਾ। ਕੱਲ ਅਸੀਂ ਕਲਾਸ ਵਿੱਚ ਕੀਤਾ ਸੀ, ਤੁਸੀਂ ਕੱਲ ਦੀ ਕਲਾਸ ਅਟੈਂਡ ਨਹੀਂ ਕੀਤੀ ਸੀ? ਨਹੀਂ। हाँ तो फिर क्लास देखोगे ਤਾਂ ਹੀ प्रोनाउंस करना आएगा। ये डाउट्स मैं आगे तो नहीं लाऊंगा, आज ते समझा रहे हैं। जेड़ा कोई पिछला डाउट पूछेगा आई विल नॉट टेक इट। प्रेजेंट डे दे डाउट ही सिर्फ लाऊंगा। पुराने ਲਈ ਤੁਹਾਨੂੰ ਕਿਹਾ ਕਿ ਹੋਮਵਰਕ ਕੰਪਲੀਟ ਕਰੋ ਔਰ ਪੁਰਾਣੇ ਲੈਸਨਸ ਦੇਖੋ। ਕੈਂਪ ਦੇ ਮੈਂ ਲੈਸਨਸ ਪਾਏ ਦੇਖਨੇ ਆ, ਉਸ ਨੂੰ ਇਸ ਤਰ੍ਹਾਂ ਪ੍ਰੋਨਾਂਸ ਕਰਦੇ ਆ। ਉਹ ਜ ਦੇ ਨੇੜਲਾ ਅੱਖਰ ਹੈ ਤੇ ਜੰਜਾ, ਬੋਲੋ ਮੇਰੇ ਨਾਲ, ਜੰਜਾ बोलो। सरबजोत सिंह किधर चले गए? जंजा, 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 जंजा। या। हाँ वेरी गुड, ट्राई टू स्पीक इट लाइक दैट। और पुराने लेसन्स देख लो। अब हुन अपना माइक ऑफ करो। नेक्स्ट चांस गोज टू केशव। केशव प्लीज अनम्यूट योरसेल्फ। केशव, केशव की चांस हो गई है शायद, मुझे पता नहीं है। अच्छा हरवीर सिंह, हरवीर सिंह अपने माइक में अनम्यूट करो। हरवीर सिंह, हाँ जी सर। सारी मात्रा समझा दो। बेटा प्लीज अपना माइक ऑफ करो, म्यूट करो। ये यूजलेस क्वेश्चंस नहीं ले जाएंगे क्लास में। पुराने लेसन्स देखो, उन मात्रा समझादा मैं क्लास में जितनी आगे पहुंच चुके हैं ਅਸੀਂ। टर्न ऑफ योर माइक। ਸਰਵਜੀਤ ਸਿੰਘ, सहजप्रीत, सखीप्रीत कौर, सॉरी, ये दोनों जिस सर ने अनम्यूट कर लो। हाँ जी सर मेरे को तत्ता भव्वा और डड्डा बनाने नहीं आ रहा। तत्ता तो बेटा बड़ा इजी है, देखो त जिवें ऊ बनाया हिंदी दा, बस ये बन गया। तत्ता आ गया बनाना? आया बनाना? yes. नहीं, देखो पब्बा इसका पेट मोटा करना है क्योंकि भर चुका है इस तरह। पब्बा आ गया बनाना? यस। अड़ाड़ा देखो ओ ते होर इजी है, ऊ बना दिता और थल्ले सड़क बना दी। ड से सड़क होती है ना, सड़क। आ गया उन बनाना? यस सर। ठीक है, थैंक यू बच्चे। बस 2 डाउट्स और लेके ਅਸੀਂ क्लास खत्म करांगे। जिन्हां दी वीडियोस ऑफ है उन्हां नू कोई मौका नहीं मिलेगा, और जिन्हां दे डाउट क्लियर हो गए प्लीज लोअर डाउन योर हैंड। चांस गोज टू समायरा घई। समायरा घई, अगर तुसी अनम्यूट कर सकते हो ते। अगमप्रीत सिंह बाल। सर जी, हाँ जी हाँ जी सुन बेटा, सकते हो? हाँ जी बिल्कुल राजे, बोलो बेटे। सर जी तुम सानू बता सकते हो गग्गा किਵੇਂ लिखते हैं? की बेटा? गग्गा किਵੇਂ लिखते हैं? घग्गा ते बड़ा इजी है, देखो य बनाना है पहले। य इस तरह बनाते य हिंदी दा, इस दी ए वाली लाइन नहीं बनाएंगे, एक यू बना देंगे और फिर इस तरह स्टैंडिंग लाइन। पिछले लेसन्स देखो, मैं कह रहे हैं कि पिछले सर लेसन्स जी में थोड़ा कुछ ब्लैक नहीं बोर्ड क्लियर दसांगा नहीं हैगा। बेटा। पिछले लेसन देखोगे जिधर घग्गा सिखाया उधर बड़े डिटेल विच सिखाया हुआ है, ठीक है। 2 यू बनाने और एक स्टैंडिंग लाइन। पिछले लेसन्स दा कुछ नहीं दसांगा मैं, सिर्फ प्रेजेंट डे लेसन्स। ठीक है सर, थैंक नेक्स्ट चांस गोज टू अगमप्रीत सिंह, बाल भारती पब्लिक स्कूल 5th B, न्यू दिल्ली द्वारका। बेटा पूरा एड्रेस ही लिख लेंदे, वैसे लिख ही दिता तुसी। अगमप्रीत सिंह, हाँ जी दसो। अनम्यूट करो बेटा, मैं अलाउ कर दिता है।
वाहिगुरु जी का खालसा वाहिगुरु जी की फतेह। हाँ जी, वाहिगुरु जी वाहिगुरु जी मेरी का खालसा वाहिगुरु जी की फतेह। ਵਾਹਿਗੁਰੂ ਜੀ ਮੇਰੀ ਦੂਜੀ ਕਲਾਸ ਸਟਾਰਟ ਹੋਣੀ ਹੈਗੀ ਤੇ ਮੈਂ ਲੀਵ ਕਰ ਦਿਆਂ ਕਿਉਂਕਿ ਉਹ ਮੇਰੀ ਦੂਜੀ ਕਲਾਸ ਵੀ ਸਟਾਰਟ ਬੇਟਾ ਇਹ ਡਾਊਟ ਹੈ, ਤੁਸੀਂ ਇਤਨੇ 300 ਬੱਚਿਆਂ ਵਿੱਚੋਂ ਤੁਹਾਨੂੰ ਮੈਂ ਪੁੱਛਿਆ ਕਿ ਕੀ ਡਾਊਟ ਹੈ ਐਂਡ ਯੂ ਆਰ ਆਸਕਿੰਗ ਥੀਸ ਕੁਐਸਚਨਸ, obviously you can leave if you want। ਹਾਂਜੀ, ਸੋ ਲਾਸਟ ਚਾਂਸ ਗੋਜ਼ ਟੂ ਜਿਨ੍ਹਾਂ ਨੂੰ ਐਕਚੁਅਲੀ ਕੋਈ ਡਾਊਟ ਹੈ, ਸਿਰਫ ਉਹੀ ਪੁੱਛਣਗੇ। ਸ਼ਾਹਬਾਜ਼ ਸਿੰਘ, ਸ਼ਾਹਬਾਜ਼ ਸਿੰਘ ਬੇਟਾ ਪਲੀਜ਼ ਟਰਨ ਔਨ योर माइक। ਸ਼ਾਹਬਾਜ਼ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ। ਟਿੱਪੀ ਤੇ ਬਿੰਦੀ ਵਿੱਚ ਕੀ ਡਿਫਰੈਂਸ ਹੈ? ਟਿੱਪੀ ਔਰ ਬਿੰਦੀ ਦਾ ਡਿਫਰੈਂਸ ਬੇਟਾ ਬਹੁਤ ਜ਼ਿਆਦਾ ਹੈ, ਉਹ ਅਸੀਂ ਲੇਟਰ ਲੈਸਨਸ ਵਿੱਚ ਸਿੱਖਾਂਗੇ, ਲੈਸਨ ਨੰਬਰ 15 ਵਿੱਚ ਸਿੱਖਾਂਗੇ ਉਹ, ਠੀਕ ਹੈ। ਸੋ ਡੋਂਟ ਵਰੀ ਅਬਾਊਟ दैट, ਜਦੋਂ ਸਿੱਖਾਂਗੇ ਤਾਂ ਉਦੋਂ ਸਮਝ ਆ ਜਾਏਗਾ। ਹੁਣ ਪ੍ਰੈਜ਼ੈਂਟ ਡੇ ਲੈਸਨ ਸਮਝ ਆ ਰਹੇ ਹਨ? ਹਾਂਜੀ। ਓਕੇ, ਵੈਰੀ ਗੁੱਡ, ਟਰਨ ਆਫ योर माइक। ਠੀਕ ਹੈ ਪਿਆਰੇ ਬੱਚਿਓ, ਅੱਜ ਦਾ ਲੈਸਨ ਇੱਧਰ ਤੱਕ ਹੀ ਸੀ। ਰੋਜ਼ ਅਸੀਂ ਕੋਸ਼ਿਸ਼ ਕਰਾਂਗੇ ਕੁਝ ਡਾਊਟਸ ਲੈ ਲਿਆ ਕਰੀਏ, ਬਟ ਅਗੇਨ ਆਈ ਐਮ ਰਿਪੀਟਿੰਗ, ਪ੍ਰੈਜ਼ੈਂਟ ਡੇ ਡਾਊਟਸ ਵਿਲ ਬੀ ਟੇਕਨ। ਜਿਹੜੇ ਡਾਊਟਸ ਅੱਜ ਦੀ ਕਲਾਸ ਦੇ ਸਿਰਫ ਉਹੀ ਲਏ ਜਾਣਗੇ। ਪੁਰਾਣੀ ਕਲਾਸਾਂ ਦੇ ਲਈ ਤੇ ਤੁਹਾਨੂੰ ਹੋਮਵਰਕ ਦਿੱਤਾ ਹੈ, ਤੁਸੀਂ ਆਪਣਾ ਹੋਮਵਰਕ ਕੰਪਲੀਟ ਨਹੀਂ ਕਰੋਗੇ ਤੇ ਪੂਰੀ ਕਲਾਸ ਦਾ ਟਾਈਮ ਸਪੋਇਲ ਹੋਏਗਾ, ਬੱਚੇ ਇਰੀਟੇਟ ਹੋਣਗੇ, ਅਸੀਂ ਕੰਮ ਕੀਤਾ ਫਿਰ ਪਿਛਲੇ ਡਾਊਟ ਪੁੱਛ ਰਹੇ ਹਾਂ। ਮਾਤਰਾ ਸਿਖਾ ਦਿਓ, ਐ ਦੀ ਮਾਤਰਾ, ਘੱਗਾ ਕਿਵੇਂ ਬਣਾਉਣਾ ਹੈ, ਥੀਸ ਆਰ ਆਲ 올ਡ ਡਾਊਟਸ। ਇਸ ਲਈ ਤੁਸੀਂ ਚੈਨਲ ਤੇ ਜਾਓ, ਕਿੰਨੀ ਵਾਰ ਕਿਹਾ ਸਬਸਕ੍ਰਾਈਬ ਕਰੋ ਉਸਨੂੰ, ਔਰ ਜਿਹੜਾ ਹੋਮਵਰਕ ਆ ਰਿਹਾ ਉਸਨੂੰ ਕੰਪਲੀਟ ਕਰੋ, ਠੀਕ ਹੈ। ਸੋ ਸਾਰੇ ਆਪਣਾ ਹੋਮਵਰਕ ਕੰਪਲੀਟ ਕਰਨਗੇ ਰੋਜ਼। ਅੱਜ ਦਾ ਹੋਮਵਰਕ ਆਏਗਾ ਲੈਸਨ ਨੰਬਰ 11 ਐਂਡ ਲੈਸਨ ਨੰਬਰ 12। जिसने पुराना ਲੈਸਨ ਦੇਖਣਾ ਹੈ ਤੁਸੀਂ ਉਹ ਮੈਨੂੰ WhatsApp ਤੇ ਪੁੱਛ ਸਕਦੇ ਹੋ, ਸਰ ਮੈਨੂੰ ਇਹ ਪੁਰਾਣਾ ਡਾਊਟ ਹੈ ਤੇ ਤੁਸੀਂ ਉਹ ਦੱਸ ਦਿਓ, ਤੇ मैं पुराना डाउट ਦਾ पुराना ਲੈਸਨ आप जी ਨੂੰ ਭੇਜ ਦਾਂਗਾ, ਤੁਸੀਂ ਉਸ ਵੀ देख सकते हो। तो पुराने में किसी को भी डाउट है आप मुझसे WhatsApp पे पूछ सकते हो, बट बच्चे क्लास में तो हमारे पास इतना टाइम है ही नहीं, तो आप मुझे WhatsApp कर दोगे, मैं WhatsApp में आपको वो वाला ਲੈਸਨ भेज दूंगा, आप देखोगे तो क्लियर हो जाएगा, ठीक है। ओके देन आज दी क्लास ਅਸੀਂ ਇੱਥੇ ਹੀ ਲੀव ਕਰਦੇ ਹਾਂ। 5 मिनट्स मेडिटेशन किस किस ने करी है आज? मैंने कहा है ना रोज करनी है मेडिटेशन 5 मिनट्स, वाहिगुरु वाहिगुरु। नहीं करी तो फिर मैं कल से क्लास में आपको कराऊंगा, ठीक है, मैं भी बदला लूंगा पूरा पूरा। तो कल से 5 मिनट्स मेडिटेशन सबने करके आनी। चलो 5 टाइम्स वाहिगुरु बोलते हैं, ऐसे सबने 5 मिनट्स करनी है, सिर्फ 5 मिनट, उसके बाद क्लास छोड़ेंगे। वाहेगुरु 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 वाहेगुरु। सो ਅਸੀਂ ਸਾਰੇ ਘੱਟੋ ਘੱਟ 5 ਮਿੰਟਸ ਮੈਡੀਟੇਸ਼ਨ ਕਰਾਂਗੇ ਰੋਜ਼, ਠੀਕ ਹੈ, ਕਰੋਗੇ? ਵੈਰੀ ਗੁੱਡ। ਔਰ ਅੱਜ ਦਾ ਹੋਮਵਰਕ ਕੰਪਲੀਟ ਕਰਕੇ ਤੇ ਕੱਲ ਅਸੀਂ ਬੜੇ ਜੋਸ਼ ਨਾਲ ਮਿਲਾਂਗੇ। ਸਾਰੇ ਹੋਮਵਰਕ ਕੰਪਲੀਟ ਕਰ ਲੈਣਾ, ਠੀਕ ਹੈ, ਨਹੀਂ ਤੇ ਸਰ ਡਾਂਟਦੇ ਵੀ ਹੁੰਦੇ ਆ। ਚਲੋ ਅੱਜ ਦੀ ਕਲਾਸ ਨੂੰ ਇੱਥੇ ਖਤਮ ਕਰਦੇ ਹਾਂ। ਡਾਊਟਸ ਹੋਣਗੇ ਤੁਸੀਂ ਮੇਰੇ ਨੰਬਰ ਤੇ ਪੁੱਛ ਸਕਦੇ ਹੋ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਹੋਮਵਰਕ ਮਿਲ ਜਾਏ। ओके बाय देन, टेक केयर, कीप स्माइलिंग, हमेशा खुश रहो, हंसते वसते रहो, वाहिगुरु ਨੂੰ याद करते रहो। वाहिगुरु जी का खालसा वाहिगुरु जी की फतेह।